ਹੁੰਦਾ। ਸੋ ਅੱਜ ਆਪਣਾ ਜਿਹੜਾ ਅਸੀਂ ਰੱਖਿਆ ਸੀਗਾ, ਕਿਉਂਕਿ ਮਹਾਰਾਜ ਦੇ ਗੁਰਪੁਰਬ ਆ ਰਹੇ ਨੇ ਮੰਡੇ ਨੂੰ, ਤਾਂ ਆਪਾਂ ਗੁਰੂ ਨਾਨਕ ਸਾਹਿਬ ਦੀ ਗੱਲ ਕਰਾਂਗੇ। ਕੋਸ਼ਿਸ਼ ਕਰਾਂਗੇ ਕਿ ਸਾਡੀ ਲਾਈਫ 'ਚ ਉਹ ਕਿਸ ਤਰ੍ਹਾਂ ਰਿਫਲੈਕਟ ਹੋ ਸਕਦੀਆਂ ਜਿਹੜੀਆਂ ਲਰਨਿੰਗਸ ਹੈਗੀਆਂ ਗੁਰੂ ਮਹਾਰਾਜ ਦੇ ਜੀਵਨ ਤੋਂ। ਐਂਡ ਦੈਨ ਫॉर ਨੈਕਸਟ ਵੀਕਸ we'll see how it goes and we'll keep you informed, ਜਿਸ ਤਰ੍ਹਾਂ ਵੀ ਹੋਏਗਾ ਨਾ। ਸੋ ਦਿਸ ਜਿਹੜੀ ਸੈਲਫ ਕੇਅਰ ਹੈਗੀ ਹੈ, ਦਿਸ ਵਿਲ ਕੰਟੀਨਿਊ। ਇਹ ਇੱਕ ਦਿਨ ਦਾ ਕੰਮ ਨਹੀਂ ਹੁੰਦਾ, ਇਹ ਇਟਸ ਅ ਜਰਨੀ, ਇਟਸ ਅ ਕੰਟੀਨਿਊਟੀ ਥਿੰਗ। ਤਾਂ ਜਦੋਂ ਅਸੀਂ ਕਹਿੰਦੇ ਹਾਂ ਕਿ ਆਪਾਂ ਕਹਿੰਦੇ ਨਾ ਧੰਨ ਗੁਰੂ ਨਾਨਕ, ਆਪਾਂ ਕਹਿੰਦੇ ਵੀ ਪ੍ਰਗਟਿਆ, ਹੈ ਨਾ। ਸੋ ਪਹਿਲੀ ਗੱਲ ਵੀ ਨੀਡ ਟੂ ਅੰਡਰਸਟੈਂਡ ਕਿ ਪ੍ਰਗਟਿਆ ਕੀ ਹੈਗਾ, ਐਂਡ ਇਟ ਵੈਰੀ ਮਚ ਰਿਲੇਟਸ ਵਿਦ ਅਵਰ ਸੈਲਫ ਕੇਅਰ ਐਜ਼ ਵੈਲ। ਵਾਟ ਇਜ਼ ਪ੍ਰਗਟਿਆ ਫॉर ਅਸ? ਪ੍ਰਗਟਿਆ ਆਪਾਂ ਕਿਹਨੂੰ ਕਵਾਂਗੇ? ਕੀ ਮਤਲਬ ਹੁੰਦਾ ਪ੍ਰਗਟਿਆ ਦਾ? ਕਿਸੇ ਦੇ ਮਨ 'ਚ ਕੋਈ ਵਿਚਾਰ ਆਉਂਦਾ ਤਾਂ ਤੁਸੀਂ ਸ਼ੇਅਰ ਵੀ ਕਰ ਸਕਦੇ ਹੋ, ਚੈਟ ਬਾਕਸ ਵੀ ਲਿਖ ਸਕਦੇ ਹੋ, ਬੋਲ ਕੇ ਵੀ ਦੱਸ ਸਕਦੇ ਹੋ। So again, in my opinion, my understanding is ਕਿ ਪ੍ਰਗਟਣਾ means manifestation. ਸੋ ਜਿੱਦਾਂ ਕੋਈ ਚੀਜ਼ ਇਨਵਿਜ਼ੀਬਲ ਹੈਗੀ ਹੈ, ਇਟ ਬਿਕਮਸ ਵਿਜ਼ੀਬਲ, ਤਾਂ ਉਹ ਪ੍ਰਗਟ ਹੋ ਗਈ। ਸੋ ਗੁਰੂ ਨਾਨਕ ਵਾਜ਼ ਨਾਟ ਅਵੇ, ਹੀ ਵਾਜ਼ ਹੇਅਰ, ਹੀ ਇਜ਼ ਹੇਅਰ, ਹੀ ਵਿਲ ਬੀ ਹੇਅਰ, ਕਿਉਂਕਿ ਗੁਰੂ ਨਾਨਕ ਅਕਾਲ ਪੁਰਖ ਇੱਕ ਰੂਪ। ਤਾਂ ਅਕਾਲ ਪੁਰਖ ਕਿਤੇ ਗਵਾਚਾ ਨਹੀਂ ਹੋ ਸਕਦਾ, ਜਿਹੜਾ ਕਿਸੇ ਦਾ ਜਨਮ ਨਹੀਂ ਹੋ ਸਕਦਾ, ਉਹ ਪ੍ਰਗਟ ਸਕਦਾ। ਕਿਉਂਕਿ ਪ੍ਰਗਟ, ਸੋ ਬੇਸਿਕਲੀ ਵਾਟ ਆਮ ਟਰਾਈਂਗ ਟੂ ਐਕਸਪਲੇਨ ਹੇਅਰ ਇਜ਼ ਵਾਹਿਗੁਰੂ, ਅਕਾਲ ਪੁਰਖ, ਡਿਵਿਨਿਟੀ, ਵਟ ਐਵਰ ਯੂ ਵਾਂਟ ਟੂ ਸੇ, ਇਜ਼ ਵਿਦਿਨ ਅਸ, ਰਾਈਟ। ਪਰ ਜਦੋਂ ਅਸੀਂ ਖੋਜ ਕਰਾਂਗੇ ਤਾਂ ਉਹ ਚੀਜ਼ ਪ੍ਰਗਟ ਹੋ ਜਾਏਗੀ, ਉੱਦਾਂ ਨਹੀਂ ਹੋਏਗੀ। ਓਕੇ, ਐਂਡ ਦਿਸ ਵੈਰੀ ਮਚ ਲਿੰਕਸ ਵਿਦ ਜਦੋਂ ਆਪਾਂ ਕਹਿੰਦੇ ਹਾਂ ਸਤਿਗੁਰੂ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਆ। ਹਾਊ ਬਿਊਟੀਫੁਲ ਇਜ਼ ਦੈਟ? So as soon as that divinity, that aura, that virtue, ਜੋ ਮਰਜ਼ੀ ਉਹਨੂੰ ਕਹਿ ਲਓ, ਕਿ ਉਹ ਪ੍ਰਗਟ ਹੋ ਗਿਆ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ, ਤਾਂ ਜਿਹੜੀ ਧੁੰਦ ਸੀ, ਜਿਹੜੀ ਫੌਗ ਸੀ, ਜਿਹਨੇ ਕਰਕੇ ਮੇਰੇ ਅੱਖਾਂ 'ਚ ਹਨੇਰਾ ਸੀ, ਉਹ ਖਤਮ ਹੋ ਗਿਆ, ਕਿਉਂਕਿ ਚਾਨਣ ਆ ਗਿਆ। ਐਂਡ ਦੈਟਸ ਐਗਜ਼ੈਕਟਲੀ ਵਾਟਸ ਹੈਪਨਿੰਗ ਇਨ ਅਵਰ ਲਾਈਫ ਟੂਡੇ। When we sit with Guru Nanak, when we sit with the Sakhi, when we sit with Naam, Simran, a consistency, all of these questions are answered actually in this one pankti itself. Why are we sitting? Why are we doing all these efforts? Why? So that the thund, the fog in my life can go away with the chanan of Guru Nanak. Simple. Okay? Those who want to live in the fog, they can carry on. ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਹੈਗਾ ਕਿ ਫੌਗ ਦੇ ਪਰਲੇ ਪਾਸੇ ਹੈ ਕੀ। ਤੁਹਾਨੂੰ ਪਤਾ ਨਾ, ਜਿਹੜਾ ਹਨੇਰਾ ਹੁੰਦਾ ਹੈ, ਦੋਜ਼ ਹੂ ਹੈਵ ਐਕਸਪੀਰੀਅੰਸਡ ਫੌਗ, ਜਿਨ੍ਹਾਂ ਨੇ ਧੁੰਦ ਐਕਸਪੀਰੀਅੰਸ ਕੀਤੀ, ਕਿਤੇ ਡਰਾਈਵਿੰਗ ਕੀਤੀ ਹੋਏਗੀ, ਆਈ ਹੈਵ ਡੈਫੀਨੇਟਲੀ, ਉਹਨੂੰ ਨਾ ਹਾਈ ਬੀਮ ਲਾਈਟਸ ਵੀ ਜਿਹੜੀਆਂ ਡਰਾਈਵਿੰਗ ਦੀਆਂ ਨੇ, ਉਹ ਹਟਾਉਂਦੀਆਂ ਨਹੀਂ ਹੈਗੀਆਂ। ਯੂ ਸਟਰਗਲ, ਤੁਹਾਨੂੰ ਕੁਛ ਨਹੀਂ ਦਿਖਦਾ, ਜਿੰਨੀ ਮਰਜ਼ੀ ਤੁਸੀਂ ਲਾਈਟ ਹਾਈ ਬੀਮ ਪਾ ਦਿਓ, ਤੁਹਾਨੂੰ ਮਾੜਾ ਜਿਹਾ ਕੁਛ ਇਹ ਨਹੀਂ ਦਿਖੇਗਾ ਕਿ ਅੱਗੋਂ ਟਰੱਕ ਜਾਂ ਬੱਸ ਆ ਰਹੀ ਹੈ। ਯੂ ਵਿਲ ਜਸਟ ਕੈਰੀ ਔਨ, which is very dangerous, very dangerous. ਇਹ ਨਹੀਂ ਪਤਾ ਤੁਹਾਨੂੰ ਅਗਲੇ ਸੈਕਿੰਡ ਕਿੱਥੇ ਹੋਣਾ ਨਾ। ਆਈ ਹੈਵ ਐਕਸਪੀਰੀਅੰਸ ਦੈਟ ਮਾਈ ਸੈਲਫ। ਅਤੇ ਇਸ ਤਰ੍ਹਾਂ ਦੀ, ਪਰ ਜਿਹੜਾ ਹਨੇਰਾ ਹੁੰਦਾ, ਉਹਦੇ 'ਚ ਤੁਸੀਂ ਟਾਰਚ ਲਾ ਦਿਓ, ਲਾਈਟ ਲਾ ਦਿਓ, ਤੁਹਾਨੂੰ ਦਿਖਣ ਲੱਗ ਜਾਂਦਾ। ਫੌਗ 'ਚ ਨਹੀਂ ਦਿਖਦਾ, ਧੁੰਦ 'ਚ ਨਹੀਂ ਦਿਖਦਾ। ਇਸ ਕਰਕੇ ਧੁੰਦ ਦਾ ਵਰਣਨ ਕੀਤਾ ਇੱਥੇ, ਜਿਹੜਾ ਸਿਰਫ ਗੁਰੂ ਨਾਨਕ ਹੀ ਹਟਾ ਸਕਦੇ ਨੇ। ਜਿਹੜੀ ਸਾਡੀ ਲਾਈਫ 'ਚ ਧੁੰਦ ਹੈਗੀ ਹੈ, ਜਿਹੜੀ ਸਾਨੂੰ ਦੁੱਖ ਦਿਖਦੀ ਹੀ ਨਹੀਂ, ਵੀ ਕਾਂਟ ਈਵਨ ਸੀ ਵਾਟਸ ਔਨ ਦ ਅਦਰ ਸਾਈਡ ਆਫ ਦ ਫੌਗ, ਪਰ ਗੁਰੂ ਨਾਨਕ ਕੇਮ ਐਂਡ ਥਰੋ ਦ ਲਾਈਟ and we can get through that. ਮਿੱਟੀ ਧੁੰਦ ਖਤਮ ਹੋ ਗਈ, ਜਗ ਚਾਨਣ ਹੋਆ। So those who welcomed Guru Nanak in their life, ਉਹਨਾਂ ਦੀ ਲਾਈਫ 'ਚ ਤਾਂ ਧੁੰਦ ਖਤਮ ਹੋ ਗਈ। Those who are still waiting, then they know where they are, right? Because ਸਾਨੂੰ ਆਪਣਾ ਪਤਾ, ਸਿਰਫ ਅਸੀਂ ਆਪਣੇ ਆਪ ਨੂੰ ਚੀਨਣਾ, ਅਸੀਂ ਕਿਸੇ ਨੂੰ ਜੱਜ ਨਹੀਂ ਕਰ ਸਕਦੇ। ਪਰ we all know, and hence this self-care with it, this consistency with it, the aim of life with it, all of this relates with it. ਇਹ ਸਾਰਾ ਕੁਛ ਇਹਦੇ ਨਾਲ ਰਿਲੇਟ ਹੋ ਗਿਆ। ਤਾਂ ਇੱਕ ਮੈਂ ਕਵੀ ਸੰਤੋਖ ਸਿੰਘ ਹੁਣਾਂ ਤੋਂ ਇੱਕ ਕੋਟ ਕਰਨੀ, ਇਹ ਚੀਜ਼ ਮੈਨੂੰ ਬੜੀ ਪਿਆਰੀ ਲੱਗੀ ਜਦੋਂ ਮੈਂ ਵੀ ਸੁਣੀ। ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਦਰਸ਼ਨ ਕਿਹਨੂੰ ਹੋਏ? ਤੁਸੀਂ ਲਿਖ ਕੇ ਵੀ ਦੱਸ ਸਕਦੇ ਹੋ, ਬੋਲ ਕੇ ਵੀ ਦੱਸ ਸਕਦੇ ਹੋ। ਨਾਨਕੀ, ਬੀਬੀ ਨਾਨਕੀ। ਭੈਣ ਜੀ ਨਾਲੇ ਕੋਈ MK ਆਪਣੇ ਵਿੱਚ ਹੈਗੇ ਭੈਣ ਜੀ, ਉਹਨਾਂ ਨੇ ਹੈਂਡ ਰੇਜ਼ ਕੀਤਾ ਹੋਇਆ ਸੀ। ਹਾਂਜੀ ਹਾਂਜੀ, ਉਹਨਾਂ ਨੂੰ ਦਿਓ ਜੀ ਮੌਕਾ। ਹਾਂਜੀ MK ਭੈਣ ਜੀ, ਤੁਸੀਂ ਆਉਣਾ ਚਾਹੁੰਦੇ ਹੋ ਆਫ ਮਿਊਟ ਤੇ ਕੁਝ ਪੁੱਛਣਾ ਤੁਸੀਂ?
ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੈਣ ਜੀ। ਹਾਂਜੀ ਮੈਂ ਬਸ ਉਹੀ ਆਪ ਜੀ ਨੇ ਪੁੱਛਿਆ ਸੀ ਨਾ ਜਿਹੜਾ ਧੁੰਦ ਬਾਰੇ ਉਸੇ ਬਾਰੇ ਗੱਲ ਕਰਨੀ ਸੀ। ਆਪ ਜੀ ਨੇ ਕਰ ਦਿੱਤੀ ਐਕਸਪਲੇਨ, ਬਹੁਤ ਵਧੀਆ ਜੀ, ਠੀਕ ਸ਼ੁਕਰ ਹੈ ਹੈ ਜੀ। ਠੀਕ ਹੈ। ਹਾਂਜੀ ਥੈਂਕ ਯੂ। ਹਾਂ ਮੈਂ ਮੈਸੇਜ ਪੜ੍ਹ ਰਹੀ ਹਾਂ, ਕੋਈ ਕਹਿ ਰਿਹਾ ਬੀਬੇ ਨਾਨਕੀ ਜੀ ਤੇ ਬਾਕੀ ਕਹਿ ਰਹੇ ਦਾਈ ਨੂੰ, ਦੌਲਤਾਂ ਦਾਈ ਨੂੰ। ਹਾਂ ਬਿਲਕੁਲ। ਸੋ ਜਿਹਨਾਂ ਨੂੰ ਪਹਿਲੇ ਦਰਸ਼ਨ ਹੋਏ ਉਹ ਸੀਗੇ ਦੌਲਤਾਂ ਦਾਈ ਜੀ, ਠੀਕ ਹੈ। ਇਹ ਜਿਨ੍ਹਾਂ ਨੇ ਦਾਈ ਆਪਾਂ ਸਮਝਦੇ ਨਾ, ਸੋ ਟੁਡੇਜ਼ ਵਰਸ਼ਨ ਇਜ਼ ਮਿਡਵਾਈਫ। ਸੋ ਉਹਨਾਂ ਨੂੰ ਦਰਸ਼ਨ ਹੋਏ ਸਭ ਤੋਂ ਪਹਿਲਾਂ। ਤਾਂ ਇਤਿਹਾਸ 'ਚ ਲਿਖਿਆ ਹੈ ਕਿ ਦੌਲਤਾਂ ਦਾਈ, ਸੋ ਆਲ ਟਰਾਈ ਲਿਟਲ ਬਿਟ ਆਫ ਪੰਜਾਬੀ, ਲਿਟਲ ਬਿਟ ਆਫ ਇੰਗਲਿਸ਼, ਸੋ ਦੈਟ ਸਾਰੀ ਆਪਣੀ ਆਡੀਅנס ਨੂੰ ਸਮਝ ਲੱਗ ਜੇ। ਸੋ ਇਤਿਹਾਸ 'ਚ ਲਿਖਿਆ ਇਟਸ ਕੋਟਡ ਇਨ ਹਿਸਟਰੀ ਕਿ ਦੌਲਤਾਂ ਦਾਈ ਵਾਸ ਵੈਰੀ ਐਕਸਾਈਟਿਡ ਕਿ ਮਹਿਤਾ ਕਾਲੂ ਜੀ ਨੂੰ ਪਹਿਲਾਂ ਜਿੱਦਾਂ ਆਪਾਂ ਕਹਿੰਦੇ ਨਾ ਕੰਟਰੈਕਟ ਕੀਤਾ ਹੁੰਦਾ ਕਿ ਲੁੱਕ ਇਫ ਯੂ ਹੈਵ ਅ ਸਨ ਆਈ ਨੀਡ ਦਿਸ ਇਜ਼ ਮਾਈ, ਲਾਈਕ ਜਿੱਦਾਂ ਕਹਿੰਦੇ ਆ ਪੇਮੈਂਟ ਨਹੀਂ, ਬਟ ਦਿਸ ਮਾਈ ਰਿਵਾਰਡ ਫॉर ਹੈਲਪਿੰਗ ਇਨ ਦ ਡਿਲੀਵਰੀ ਐਂਡ ਐਵਰੀਥਿੰਗ। ਤਾਂ ਕਹਿੰਦੇ ਵੀ ਇੱਦਾਂ ਲਿਖਿਆ ਕੁਛ ਦਾਣੇ ਆਪਾਂ ਕਹਿੰਦੇ ਨਾ, ਦਾਣੇ ਇਨ ਦ ਸੈਂਸ ਕਣਕ ਹੋ ਗਈ, ਸੋ ਐਨੀ ਗ੍ਰੇਨਸ, ਸੋ ਫੂਡ ਬੇਸਿਕਲੀ, ਕੱਪੜੇ, ਸਮ ਕਲੋਥਸ, ਸਮ ਛਿੱਲੜ ਇਜ਼ ਲਾਈਕ ਮਨੀ, ਰੁਪਏ ਕਹਿ ਲਓ, ਸੋ ਮਨੀ। ਸੋ ਦੀਸ ਥਿੰਗਸ ਵਰ ਸ਼ੀ ਵਾਜ਼ ਕੁਆਇਟ ਲੁਕਿੰਗ ਫੋਰਵਰਡ ਟੂ ਇਟ ਕਿ ਮਹਿਤਾ ਕਾਲੂ ਜੀ ਦੇ, ਜਿੱਦਾਂ ਆਪਾਂ ਕਹਿੰਦੇ ਹਾਂ ਵੀ ਪੁਰਾਣੇ ਸਮੇਂ 'ਚ ਕਹਿੰਦੇ ਸੀ ਵੀ ਬੱਚਾ ਆਏਗਾ ਤਾਂ ਮੈਨੂੰ ਇਹ ਚੀਜ਼ਾਂ ਐਜ਼ ਏ ਰਿਵਾਰਡ ਖੁਸ਼ੀ ਨਾਲ ਦਿੱਤੀਆਂ ਜਾਣਗੀਆਂ, ਠੀਕ ਹੈ। ਕਿਉਂਕਿ ਬੇਬੇ ਨਾਨਕੀ ਜੀ ਨੂੰ ਵੀ ਚਾਅ ਸੀ ਅਤੇ ਉਹ ਸਾਰਾ ਕੁਛ, ਐਂਡ ਸ਼ੀ ਵਾਜ਼ ਵੈਰੀ ਮਚ ਲੁਕਿੰਗ ਫੋਰਵਰਡ ਟੂ ਇਟ। ਤਾਂ ਉਹਨਾਂ ਨੇ ਇੱਦਾਂ ਵੀ ਲਿਖਿਆ, ਇਹ ਵੀ ਕਿਹਾ ਕਿ ਕਹਿੰਦੇ ਮੇਰੇ ਪੇਰੈਂਟਸ ਨੇ ਮੇਰਾ ਨਾਮ ਦੌਲਤਾਂ ਰੱਖਿਆ। ਆਪਾਂ ਦੌਲਤਾਂ ਸਮਝਦੇ ਹਾਂ, ਦੌਲਤ ਹੁੰਦਾ ਹੈ ਰਿਚਨੈਸ, ਦ ਮਨੀ, ਦ ਵੈਲਥ। ਦੌਲਤਾਂ ਮੀਨਸ ਦ ਵਨ ਹੂ ਹੈਜ਼ ਗॉट ਲੋਟ ਆਫ ਵੈਲਥ, ਰਾਈਟ। ਕਹਿੰਦੇ ਮੇਰੇ ਪੇਰੈਂਟਸ ਨੇ ਮੇਰਾ ਨਾਮ ਦੌਲਤਾਂ ਰੱਖਿਆ, ਪਰ ਮੈਂ ਕਦੀ ਵੀ ਰੱਜੀ ਨਹੀਂ। ਰੱਜੀ in the sense I've been never content. I'm always asking. I'm always seeking. I need more. ਮੈਨੂੰ ਥੋੜੇ ਪੈਸੇ ਦਿਓ, ਥੋੜੇ ਛਿੱਲੜ ਦਿਓ, ਥੋੜੇ ਕੱਪੜੇ ਦਿਓ। ਤਾਂ ਸੋ ਵੀ ਵਿਲ ਸੀ ਹਾਊ ਦਿਸ ਬਿਊਟੀਫੁਲ ਐਕਸਪੀਰੀਅੰਸ ਗੋਜ਼। ਤਾਂ ਕਹਿੰਦੇ ਜਦੋਂ ਇਹਨਾਂ ਨੂੰ ਜਦੋਂ ਧੰਨ ਗੁਰੂ ਨਾਨਕ ਸਾਹਿਬ ਜੀ ਪ੍ਰਗਟੇ ਤਾਂ ਕੀ ਹੋਇਆ। ਤਾਂ ਆਪਾਂ ਪੜ੍ਹਦੇ ਵੀ ਹਾਂ, ਸੁਣਦੇ ਵੀ ਹਾਂ, ਤਾਂ ਆਪਾਂ ਗਾਉਂਦੇ ਹਾਂ ਹੁਣ ਸਾਰੇ ਨਾ, ਫਿਰ ਵਿਲ ਹੈਵ ਦੈਟ ਫੀਲਿੰਗ ਕਿ ਕੀ ਹੋਇਆ ਦੌਲਤਾਂ ਦਾਈ ਜੀ ਦੇ ਨਾਲ। ਮੈਂ ਮੂਰਖ ਕੀ ਕੇ ਤੱਕ ਬਾਤ ਹੈ, ਮੈਂ ਮੂਰਖ ਕੀ के तक बात है, कोट अपराधी तरिया रे, गुरु नानक जिन सुनिया पेखिया, गुरु नानक जिन सुनिया पेखिया, से फिर गरबास ना परिया रे, से फिर गरबास ना परिया रे। धन गुरु नानक, धन गुरु नानक, धन गुरु नानक, धन गुरु नानक। ਸੋ ਆਪਾਂ ਸੁਣਿਆ ਗੁਰੂ ਨਾਨਕ ਜਿਨ ਸੁਣਿਆ ਵੇਖਿਆ, ਸੇ ਫਿਰ ਗਰਬਾਸ ਨਾ ਪਰਿਆ ਰੇ। ਕਿੰਨੀ ਸਾਨੂੰ ਹੋਪ ਦਿੱਤੀ ਹੈ ਇਸ ਪੰਕਤੀਆਂ ਵਿੱਚ। ਕਹਿੰਦੇ ਮੇਰੇ ਮੂਰਖ ਦੀ ਕੀ ਗੱਲ ਹੈਗੀ ਹੈ, ਮਤਲਬ doesn't matter if I'm foolish or lowest of the low। ਬੜੇ ਅਪਰਾਧੀ ਤਰ ਗਏ,
ਦੋਜ਼ ਹੈਵ ਕਮਿਟਡ ਲੋਟਸ ਆਫ ਸਿਨਸ, ਅਪਰਾਧੀ ਉਹ ਵੀ ਤਰ ਗਏ। ਕਿਵੇਂ? ਗੁਰੂ ਨਾਨਕ ਜਿਨ ਸੁਣਿਆ ਪੇਖਿਆ, ਜਿਨ੍ਹਾਂ ਨੇ ਗੁਰੂ ਨਾਨਕ ਨੂੰ ਸੁਣਿਆ, ਸੁਣਿਆ ਮਤਲਬ ਸੁਣਿਆ, ਲਿਸਨ ਕੀਤਾ, ਤੇ ਪੇਖਿਆ ਮਤਲਬ ਦੇਖਿਆ, ਦਰਸ਼ਨ ਦੀਦਾਰੇ ਕੀਤੇ, ਉਹ ਫਿਰ ਗਰਬਾਸ ਨਾ ਭਰਿਆ ਰਹੇ। ਉਹ ਮੁੜ ਮੁੜ ਕੇ ਆ ਜਿਹੜਾ ਸਾਈਕਲ ਆਫ ਦੁੱਖ ਸੁੱਖ, ਗਰਬਾਸ, ਜਨਮ ਮਰਨ, ਆਪਾਂ ਬੋਰ ਇਸ ਜਨਮ 'ਚ ਹੀ ਕਈ ਵਾਰੀ ਜੰਮ ਰਹੇ ਹਾਂ, ਕਈ ਵਾਰੀ ਮਰ ਰਹੇ ਹਾਂ, ਰੋਜ਼ ਜੰਮਦੇ ਹਾਂ, ਰੋਜ਼ ਮਰਦੇ ਹਾਂ, ਹੈ ਨਾ, ਕਦੀ ਸੁਖੀ ਕਦੀ ਦੁਖੀ। ਤਾਂ ਫਿਰ ਉਸ ਚੱਕਰਾਂ 'ਚ ਨਹੀਂ ਅਸੀਂ ਪੈਣਾ। ਜਿਹਨੇ ਗੁਰੂ ਨਾਨਕ ਨੂੰ ਸੁਣ ਲਿਆ ਤੇ ਪੇਖ ਲਿਆ, ਐਂਡ ਦਿਸ ਇਜ਼ ਅ ਬਿਗ ਕੁਐਸਚਨ ਫॉर ਅਸ, ਹੈਵ ਵੀ, ਕਿ ਅਸੀਂ ਗੁਰੂ ਨਾਨਕ ਨੂੰ ਪੇਖਿਆ, ਸੁਣਿਆ, ਪਰ ਦੌਲਤਾਂ ਨੇ ਕੀਤਾ, ਦੌਲਤਾਂ ਦਾਈ ਨੇ ਕੀਤਾ। ਉਹਨੂੰ ਦਰਸ਼ਨ ਦੀਦਾਰੇ ਵੀ ਹੋਏ, ਉਹਨੇ ਸੁਣਿਆ, ਉਹਨੇ ਪੇਖਿਆ, ਉਹਨੇ ਸਪਰਸ਼ ਵੀ ਕੀਤਾ। ਮਤਲਬ ਸ਼ੀ ਹਰਡ, she had the vision and she also touch, so ਤੁਸੀਂ ਟੱਚ ਕੀਤਾ, ਹੈ ਨਾ, ਗੁਰੂ ਨਾਨਕ ਸਾਹਿਬ ਦਾ ਸਪਰਸ਼ in that, and the first ਸਪਰਸ਼, ਟੱਚ ਦੀ ਫੀਲਿੰਗ, ਇਹ 3 ਬਲੈਸਿੰਗਸ ਦੌਲਤਾਂ ਦਾਈ ਨੂੰ ਮਿਲੀਆਂ। ਤਾਂ ਕਹਿੰਦੇ ਨੇ ਕਿ ਜਦੋਂ ਹਰਦਿਆਲ, ਪੰਡਿਤ ਹਰਦਿਆਲ, ਹੈ ਨਾ, I won't go into many stories, we just stick to ਦੌਲਤਾਂ ਦਾਈ। ਜਦੋਂ ਪੰਡਿਤ ਹਰਦਿਆਲ ਨੇ ਪੁੱਛਿਆ, ਕਿਉਂਕਿ ਜਦੋਂ ਬਣਾ ਰਹੇ ਸੀ ਨਾ ਸਾਰਾ ਕੁਛ, ਉਹ ਬਣਾਉਂਦੇ ਨੇ ਬਾਈ ਸਟਾਰਸ ਕਿ ਬੱਚੇ ਦਾ ਕੀ ਹੋਣਾ ਕੀ ਨਹੀਂ, ਤੇ ਉਹਨਾਂ ਨੇ ਦੌਲਤਾਂ ਦਾਈ ਜੀ ਨੂੰ ਪੁੱਛਿਆ, ਕਹਿੰਦੇ ਤੁਸੀਂ ਕੀ ਦੇਖਿਆ, what did you see at birth? And you know what she says? She says, ਮੈਨੂੰ ਸ਼ਬਦ ਸੁਣਿਆ, so I heard the ਸ਼ਬਦ, I heard the ਨਾਦ। ਦੂਜੀ ਕਹਿੰਦੇ ਉਹ ਰੋਏ ਨਹੀਂ, ਮੁਸਕਰਾਏ। ਔਰ ਤੀਸਰੀ ਗੱਲ, ਮੈਂ ਰੱਜੀ, ਮਤਲਬ ਕਿ ਮੈਂ ਰੱਜ ਗਈ, I'm content। So we'll just go through this bit by bit। ਕਹਿੰਦੇ ਜਦੋਂ ਉਹਨੇ ਕਿਹਾ ਮੈਨੂੰ ਸ਼ਬਦ ਸੁਣਿਆ, ਇਹ ਕਵੀ ਸੰਤੋਖ ਸਿੰਘ ਹੋਣਾ ਨੇ ਲਿਖੀਆਂ ਤਿੰਨੋਂ ਗੱਲਾਂ ਨਾ, ਤਾਂ ਅਸੀਂ ਹੁਣ ਇੱਕ ਵਾਰੀ ਸਿਰਫ ਸੋਚ ਕੇ ਦੇਖੀਏ ਕਿ ਜਿਹੜੇ ਸ਼ਬਦ ਨੂੰ ਸੁਣਨ ਲਈ ਤਪੱਸਿਆ ਹੋ ਰਹੀ ਹੈ, ਤਪੱਸਿਆ ਕਰ ਰਹੇ ਨੇ, ਅਸੀਂ ਸਾਰੇ ਵੀ ਲੱਗੇ ਹੋਏ ਹਾਂ ਕਿ ਸਾਨੂੰ ਉਸ ਸ਼ਬਦ ਦਾ ਅਹਿਸਾਸ ਹੋਏ, ਸ਼ਬਦ ਦਾ ਐਕਸਪੀਰੀਅੰਸ ਹੋਏ ਜਨਮਾਂ ਜਨਮਾਂਤਾਂ ਤੋਂ। ਸ਼ੀ ਗॉट ਦਿਸ ਇਨ ਅ ਮੋਮੈਂਟ, ਠੀਕ ਹੈ, ਉਹਦੀ ਲਾਈਫ 'ਚ ਉਹ ਕਿੱਦਾਂ ਪ੍ਰਗਟ ਹੋ ਗਿਆ, ਵਿਦ ਇਨ ਅ ਮੋਮੈਂਟ, ਕੋਈ ਸਮਾਂ ਨਹੀਂ ਲੱਗਿਆ। ਉਹ ਇੱਕ ਤਾਂ ਜਿਹੜੀ ਕੋਈ ਨਾਮ, ਨੋ ਮੈਚਿੰਗ ਥਿੰਗ, ਕਿ ਗੁਰੂ ਨਾਨਕ ਦਾ ਪ੍ਰਕਾਸ਼, ਗੁਰੂ ਨਾਨਕ ਦਾ ਸਪਰਸ਼, ਔਰ ਜਿਹੜੀ ਬਲੈਸਿੰਗ ਮਿਲੀ ਉਹਦੇ ਨਾਲ ਪ੍ਰਗਟ ਹੋਇਆ। ਸਾਡੇ ਲਈ ਕੀ ਆਪਸ਼ਨਸ ਨੇ? ਗੁਰੂ ਨਾਨਕ ਅੱਜ ਵੀ ਹਾਜ਼ਰ ਹੈ ਥਰੂ ਬਾਣੀ, ਠੀਕ ਹੈ, ਬਾਣੀ ਸਾਡੇ ਅੰਦਰੋਂ ਸ਼ਬਦ ਪ੍ਰਗਟ ਕਰੇਗੀ। ਵੀ ਜਸਟ ਨੀਡ ਟੂ ਕੀਪ ਗੋਇੰਗ। ਪੜ੍ਹਦੇ ਆ ਨਾ, ਮੂੰਦ ਲੀਏ ਦਰਵਾਜੇ, ਬਾਜੀਲੇ ਅਨਹਦ ਬਾਜੇ, ਹੈ ਨਾ, ਕਿੰਨੀਆਂ ਗੁੱਜੀਆਂ ਰਮਜ਼ਾਂ ਨੇ। ਆ ਜਿਹੜੇ ਦਰਵਾਜ਼ੇ ਨੇ ਸਾਡੇ ਬਾਹਰਲੇ, ਜਿਹੜੇ ਸਾਨੂੰ ਤੰਗ ਕਰ ਰਹੇ ਨੇ, ਕੁਛ ਸੁਣ ਲਿਆ, ਕੁਛ ਦੇਖ ਲਿਆ, ਕੁਛ ਮਹਿਸੂਸ ਕਰ ਲਿਆ, ਉਹਦੇ ਨਾਲ ਜੇ ਅਸੀਂ ਮੂੰਦ ਲਈਏ, ਮਤਲਬ ਉਹਨਾਂ ਨੂੰ ਕੰਟਰੋਲ ਕਰਨਾ ਸ਼ੁਰੂ ਕਰ ਦੇਵਾਂਗੇ, ਤਾਂ ਸਾਡੇ ਅੰਦਰ ਵੀ ਫਿਰ ਸ਼ਬਦ ਬਚੇਗਾ, ਬਾਜੀਲੇ ਅਨਹਦ ਬਾਜੇ। ਵੀ ਨੀਡ ਟੂ ਵਰਕ ਔਨ ਦੋਜ਼ ਥਿੰਗਸ। ਤਾਂ ਉਹਨੇ ਓਪਨਲੀ ਕਿਹਾ, ਪੰਡਿਤ ਜੀ ਮੈਨੂੰ ਸ਼ਬਦ ਸੁਣਾਈ ਦਿੱਤਾ, ਮੈਨੂੰ ਸ਼ਬਦ ਸੁਣਾਈ ਦਿੱਤਾ। ਆਪਾਂ ਦੌਲਤਾਂ ਦਾਈ ਦੀ ਗੱਲ ਕਰ ਰਹੇ ਹਾਂ। ਤਾਂ ਜਿਹੜੀ ਦੂਸਰੀ ਗੱਲ ਉਹਨਾਂ ਨੇ ਕਹੀ, ਇਹਦੇ ਵਿੱਚ ਸ਼ਬਦ ਦੀ ਥੋੜ੍ਹੀ ਹੋਰ ਗੱਲ ਵੀ ਆਪਾਂ ਕਰ ਲਈਏ ਕਿ ਸ਼ਬਦ ਤੋਂ ਬਿਨਾਂ we don't exist. So basically there is shabad within all of us. There is no one of us without shabad. Okay? ਪਹਿਲਾਂ ਅਸੀਂ ਆਪਣੇ ਆਪ ਨੂੰ ਮਹਿਸੂਸ ਕਰ ਲਈਏ, ਇਹ ਨਹੀਂ ਕਿ ਹਾਂ ਉਹਨੂੰ ਮਿਲਿਆ ਹੋਇਆ, ਮੈਨੂੰ ਨਹੀਂ ਮਿਲਿਆ, ਮੇਰੇ ਅੰਦਰ ਉਹ ਕੇਪੇਬਿਲਿਟੀ ਨਹੀਂ ਹੈਗੀ। ਸਾਨੂੰ ਤਾਂ ਦ੍ਰਿੜਾਇਆ ਕਿ 5 ਪਿਆਰਿਆਂ ਕੋਲ ਜਾ ਕੇ ਸ਼ਬਦ ਨਾਮ ਦੀ ਦਾਤ ਲੈਣੀ ਹੈ। ਪਰ ਇੱਕ ਜਿਹੜਾ ਸਾਡੇ ਦੇਹੀ ਦੇ ਵਿੱਚ ਜਿਹੜੀ ਸਾਨੂੰ ਸਰੀਰ ਮਿਲਿਆ ਹੈਗਾ, ਜਿਹੜੇ ਮਨੁੱਖਾ ਜੀਵਨ ਮਿਲਿਆ, ਇਹਦੇ ਨਾਲ ਹੀ ਸ਼ਬਦ ਦੀ ਜਿਹੜੀ ਕੇਪੇਬਿਲਿਟੀ ਮਿਲੀ ਹੈ ਪ੍ਰਗਟ ਹੋਣ ਦੀ, ਇਹਦੇ ਤੋਂ ਬਿਨਾਂ ਹੋ ਨਹੀਂ ਸਕਦਾ। ਪਰ ਦ ਓਨਲੀ ਥਿੰਗ ਇਜ਼ ਨਾਟ ਐਵਰੀਵਨ ਕੈਨ ਹੀਅਰ ਇਟ। ਹਰ ਇੱਕ ਨੂੰ ਸੁਣਦਾ ਨਹੀਂ, ਹਰ ਇੱਕ ਨੂੰ ਐਕਸਪੀਰੀਅੰਸ ਨਹੀਂ ਹੁੰਦਾ। ਐਂਡ ਉਹਦੇ ਲਈ ਅਸੀਂ ਇਹ ਜਿਹੜੀ ਅਸੀਂ ਕੰਮ ਕਰ ਰਹੇ ਹਾਂ, ਕਹਿ ਲਓ, ਅਸੀਂ ਪੜ੍ਹਦੇ ਹਾਂ ਨਾ, ਜਪਜੀ ਸਾਹਿਬ ਜੀ ਪੜ੍ਹਦੇ ਹਾਂ, ਭੁਗਤ ਗਿਆਨ ਦਇਆ ਭੰਡਾਰਨ, ਘੱਟ ਘੱਟ ਵਾਜੇ ਨਾਦ। ਘੱਟ ਘੱਟ ਵਾਜੇ ਨਾਦ ਮਤਲਬ ਸਾਡੇ ਸਾਰਿਆਂ ਦੇ ਵਿੱਚ ਨਾਦ ਉਹ ਹੈਗਾ। ਕੋਈ ਤੋਂ
ਗੁੱਜਿਆ ਕੋਈ ਮਤਲਬ ਇਹ ਤੋਂ ਵਿਰਲਾ ਨਹੀਂ ਹੈਗਾ। ਆਪਾਂ ਹੋਰ ਪੜ੍ਹਦੇ ਹਾਂ, ਇਹ ਸਾਰਾ ਤੁਸੀਂ ਸ਼ਬਦ ਪੜ੍ਹ ਲਿਓ। ਕਹਿ ਨਾ ਜਾਈ ਅਚਰਜ ਬਿਸਮਾਦ, ਉਹਦੇ ਵਿੱਚ ਆਏਗਾ ਕਿ ਇਹ ਦੇਹੀ ਦੇ ਵਿੱਚ ਕਿਸ ਤਰ੍ਹਾਂ ਸ਼ਬਦ ਹੈਗਾ। ਸੋ ਇਟ ਵਿਲ ਅਗੇਨ ਇਨਵੋਕ ਦੋਜ਼ ਫੀਲਿੰਗਸ। ਸੋ ਅੱਗੇ ਉਹਨਾਂ ਨੇ ਕਿਹਾ, ਕਹਿੰਦੇ ਮੈਂ ਰੱਜੀ ਦਾ ਕੀ ਮਤਲਬ ਕਿ ਆਈ ਐਮ ਕੰਟੈਂਟ। ਹੁਣ ਜਸਟ ਥਿੰਕ ਫॉर ਅ ਸੈਕਿੰਡ, ਇਹ ਉਹੀ ਬੀਬੀ ਹੈ ਜਿਹੜੀ ਕਹਿੰਦੀ ਸੀ ਕਿ ਮੈਂ ਕਦੀ ਰੱਜੀ ਨਹੀਂ, ਮੇਰਾ ਨਾਮ ਵੀ ਦੌਲਤ ਹੈਗਾ। ਇਹ ਉਹੀ ਬੀਬੀ ਹੈ, the one who was looking forward to clothes, money, whatever else rewards she can have. ਤੇ again reflecting on ourselves ਕਿ on the scale of ਰੱਜਣਾ, where do we sit? ਤਾਂ ਮੈਂ ਪਿਛਲੇ ਸਾਲ ਮੇਰਾ ਖਿਆਲ ਪਿੰਦਰਪਾਲ ਸਿੰਘ ਹੁਣਾਂ ਦੀ ਕੋਈ ਕਥਾ ਆ ਰਹੀ ਸੀ, ਤਾਂ ਜਸਟ ਇਨ ਦ ਕਿਚਨ ਤਾਂ TV 'ਚ ਚੱਲ ਰਿਹਾ ਸੀ, ਤਾਂ ਉਹਨਾਂ ਨੇ ਇਹ ਗੱਲ ਕਹੀ, ਮੈਂ ਨੋਟ ਕਰ ਲਈ। ਕਹਿੰਦੇ ਜਾਂ ਕਬਰ ਜਾਂ ਸਬਰ, ਇਹ ਦੋ ਹੀ ਚੀਜ਼ਾਂ ਸਾਨੂੰ ਰਜਾਉਂਦੀਆਂ ਨੇ। ਸੋ ਕਬਰ ਇਜ਼ ਮਤਲਬ ਵੈਨ ਵੀ ਆਰ ਗੋਨ, ਵੀ ਆਰ ਡੈਡ, ਹੈ ਨਾ। ਅਤੇ ਦੂਜਾ ਸਬਰ ਮਤਲਬ ਕੰਟੈਂਟਮੈਂਟ। ਤਾਂ ਇਹ ਦੋ ਹੀ ਚੀਜ਼ਾਂ ਸਾਨੂੰ ਰਜਾਉਂਦੀਆਂ ਨੇ। ਪਰ ਇਹ ਉਹ ਹੈ, ਸ਼ੀ ਇਜ਼ ਅਲਾਈਵ, ਠੀਕ ਹੈ। ਉਹ ਕਬਰ 'ਚ ਨਹੀਂ, ਪਰ ਉਹ ਰੱਜ ਗਈ, ਉਹ ਕੰਟੈਂਟ ਹੋ ਗਈ। ਉਹਨੇ ਆਪ ਕਿਹਾ ਆਈ ਐਮ ਰੱਜੀ, ਮੈਂ ਕੰਟੈਂਟ ਹੋ ਗਈ। ਅਤੇ ਜਦੋਂ ਉਹਨੇ ਕਹਿੰਦੇ ਮਹਿਤਾ ਕਾਲੂ ਜੀ ਨੇ ਉਹਨੂੰ ਜਦੋਂ ਆਫਰ ਕੀਤਾ ਸਾਰਾ ਕੁਛ ਆਫਟਰ ਦ ਡਿਲੀਵਰੀ, ਆ ਲੈ ਤੇਰੇ ਪੈਸੇ, ਤੇਰੇ ਕੱਪੜੇ, ਤੇਰੇ ਦਾਣੇ, ਇਹ ਸਾਰਾ ਕੁਛ, ਤਾਂ ਕਹਿੰਦੇ ਦੌਲਤਾਂ ਦਾ ਇਹਨੇ ਸਿਰਫ ਅਸੀਂ ਆਪਣੇ ਅਥਰੂ ਹੀ ਪੁੰਜੇ, ਬਿਕੋਜ਼ ਸ਼ੀ ਇਜ਼ ਇਨ ਅ ਡਿਫਰੈਂਟ ਸਟੇਟ ਨਾਓ। ਸੋ ਜਸਟ ਇਮੈਜਿਨ ਵਾਟ ਸਟੇਟ ਸ਼ੀ ਮਾਈਟ ਬੀ ਇਨ। ਉਹਨੇ ਸਿਰਫ ਅਸੀਂ ਆਪਣੇ ਅਥਰੂ ਪੁੰਜੇ, ਐਂਡ ਸ਼ੀ ਡਿਡਨਟ ਈਵਨ ਓਪਨ ਹਰ ਪੱਲਾ ਲਾਈਕ ਦਿਸ। ਉਹ ਕਹਿੰਦੇ ਨਾ, ਸ਼ੀ ਡਿਡਨਟ ਓਪਨ ਹਰ ਕੇ ਇਹਦੇ 'ਚ ਪਾ ਦਿਓ, ਉਹ ਕਹਿੰਦੇ ਇਹਦੇ 'ਚ ਪਾ ਦਿਓ। ਸ਼ੀ ਸੈਡ ਮੈਂ ਰੱਜੀ, ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ। I can't imagine the state she might be in. ਕਿ ਕੀ ਹੋਇਆ, what happened, the person। ਜਿੱਦਾਂ ਹੁਣ ਅਸੀਂ ਕੋਈ ਜੋਬ ਹੀ 'ਤੇ ਜਾਈਏ, ਤੁਸੀਂ ਕੋਈ ਬਿਜ਼ਨਸ ਕਰਦੇ ਹੋ, ਯੂ ਸਟਾਰਟ ਦੈਟ ਜੋਬ ਜਾਂ ਪਰਟੀਕੂਲਰ ਡੇ ਕਿ ਮੈਨੂੰ ਅੱਜ ਇਹਦੇ 'ਚੋਂ ਮੈਨੂੰ ਦਿਹਾੜੀ ਮਿਲਣੀ ਹੈ, ਜਾਂ ਮੈਨੂੰ ਆਫਟਰ ਦ ਵਰਕ ਮੈਨੂੰ ਇੰਨੇ ਪੈਸੇ ਮਿਲਣੇ ਨੇ। ਯੂ ਕੁਆਇਟ ਲੁੱਕ ਫੋਰਵਰਡ ਟੂ ਇਟ, ਹੈ ਨਾ। ਤੁਸੀਂ ਮਿਹਨਤ ਕੀਤੀ ਹੁੰਦੀ ਹੈ, ਦੈਟਸ ਯੋਰ ਜੋਬ ਐਂਡ ਦੈਟ ਵਾਜ਼ ਹਰ ਜੋਬ। ਬਟ ਵਾਟ ਸ਼ੀ ਡਿਡ, ਉਹ ਕਹਿੰਦੀ ਨਹੀਂ, ਹੁਣ ਮੈਨੂੰ ਇਹਦੀ ਲੋੜ ਹੀ ਨਹੀਂ, ਮੈਂ ਰੱਜ ਗਈ। ਜੋ ਮੈਨੂੰ ਮਿਲਿਆ ਉਹ ਸ਼ਾਇਦ ਜੋ ਉਹਨੂੰ ਮਿਲਿਆ ਉਹ ਕਿਸੇ ਨੂੰ ਵੀ ਨਹੀਂ ਮਿਲਿਆ। ਓਕੇ, ਸ਼ੀ ਗੋਟ ਬਲੈਸਡ ਸਮਥਿੰਗ ਫॉर ਦ ਫਸਟ ਟਾਈਮ, ਜਿਹੜਾ ਹਾਲੇ ਕਿਸੇ ਨੂੰ ਬਲੈਸਿੰਗ ਨਹੀਂ ਮਿਲੀ। ਦੈਟਸ ਵਾਟ ਸ਼ੀ ਸੈਡ। ਐਂਡ ਨਾਲ ਹੁਣ ਕਹਿੰਦੀ ਹੁਣ ਅੱਜ ਤੋਂ ਬਾਅਦ ਮੇਰਾ ਪੱਲਾ ਕਿਸੇ ਅੱਗੇ ਨਹੀਂ, ਮੈਂ ਰੱਜ ਗਈ, ਮੈਨੂੰ ਲੋੜ ਹੀ ਨਹੀਂ ਹੈਗੀ। ਕਰ ਸਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰੂ ਵਿਟੋਂ, ਜਿਸ ਦੀਆਂ ਇਹ ਵਡਿਆਈਆਂ। ਆਪਾਂ ਪੜ੍ਹਦੇ ਨੇ, ਬਲਿਹਾਰੀ ਗੁਰ ਆਪਣੇ ਦਿਓਹਾੜੀ ਸਦਵਾਰ, ਜਿਨ ਮਾਨਸ ਤੇ ਦੇਵ ਤੇ ਕੀਏ ਕਰਤ ਨਾ ਲਾਗੀ ਵਾਰ। ਵੀ ਜਸਟ ਨੀਡ ਟੂ ਪੁੱਟ ਦਾ ਵਿਸ਼ਵਾਸ ਇਨ, ਆਪਣੇ ਆਪ ਨੂੰ ਸਰੈਂਡਰ ਕਰਕੇ। ਔਰ ਗੁਰੂ ਨਾਨਕ ਇਹ ਤਾਂ ਮੰਨਣ ਵਾਲੀ ਗੱਲ ਹੈ ਨਾ, ਇਹ ਤਾਂ ਮੰਨਣ ਵਾਲੀ ਗੱਲ ਹੈ, ਫੀਲਿੰਗ ਵਾਲੀ ਗੱਲ ਹੈ। ਸੋ ਸ਼ੀ ਸੈਡ ਕਿ ਪਹਿਲੀ ਗੱਲ ਕੀਤੀ, ਮੈਨੂੰ ਸ਼ਬਦ ਸੁਣਿਆ, ਉਹਦੇ ਨਾਲ ਵੀ ਅਸੀਂ ਸੈਲਫ ਰਿਫਲੈਕਸ਼ਨ ਕੀਤੀ ਕਿ ਵੇਅਰ ਡੂ ਵੀ ਸਿਟ। ਦੂਸਰੀ ਗੱਲ, ਮੈਂ ਰੱਜੀ, ਇਹ ਵੇਅਰ ਡੂ ਵੀ ਸਿਟ, ਕਿ ਅਸੀਂ ਵੀ ਗੁਰੂ ਨਾਨਕ ਨੂੰ ਸੁਣਦੇ ਹਾਂ, ਅਸੀਂ ਵੀ ਗੁਰੂ ਨਾਨਕ ਨੂੰ ਵੇਖਦੇ ਹਾਂ ਥਰੂ ਦ ਐਕਸਪੀਰੀਅੰਸ ਆਫ ਸ਼ਬਦ, ਕਿ ਮੈਂ ਰੱਜੀ ਕਿ ਨਹੀਂ, ਵੇਅਰ ਐਮ ਆਈ। ਔਰ ਤੀਸਰੀ ਗੱਲ ਉਹਨਾਂ ਨੇ ਕਹੀ ਕਿ ਉਹ ਰੋਏ ਨਹੀਂ ਮੁਸਕਰਾਏ। ਇਹ ਕਵੀ ਸੰਤੋਖ ਸਿੰਘ ਉਹਨਾਂ ਨੇ ਕੋਟ ਕੀਤਾ ਹੈ। ਤਾਂ ਕਹਿੰਦੇ ਰੋਣ ਦਾ ਕਾਰਨ ਨਹੀਂ ਹੈ ਵੀ ਸੁਰਤ ਦਾ ਟੁੱਟਣਾ, ਅਸੀਂ ਵੀ ਰੋ ਰਹੇ ਹਾਂ ਨਾ, ਰੋਂਦੇ ਹਾਂ, ਅਸੀਂ ਰੋਜ਼ ਰੋਂਦੇ ਹਾਂ ਕਿਸੇ ਨਾ ਕਿਸੇ ਗੱਲ ਕਰਕੇ। ਉਹਦਾ ਕਾਰਨ ਹੀ ਇਹ ਹੈ ਵੀ ਸਾਡੀ ਸੁਰਤ ਟੁੱਟੀ ਹੋਈ ਹੈ, ਸ਼ਬਦ ਤੋਂ ਸਾਡੀ ਸੁਰਤ ਟੁੱਟੀ ਹੋਈ ਹੈ। ਕਿਉਂਕਿ ਜਦੋਂ ਬੱਚਾ ਉਸ ਲੇਬਰ ਪੇਨ 'ਚੋਂ ਲੰਘਦਾ ਹੈ, ਬੱਚਾ ਇਜ਼ ਇਨ ਪੇਨ ਐਂਡ ਦੈਟਸ ਵਾਈ ਦਾ ਬੱਚਾ ਕਰਾਈਜ਼ ਨੋਰਮਲੀ ਐਜ਼ ਵੈਲ। ਪਰ ਇੱਥੇ ਕੋਈ ਪੇਨ ਨਹੀਂ ਹੈਗੀ। ਆਪਾਂ ਪੜ੍ਹਦੇ ਹਾਂ ਇਹ ਵੀ ਬਾਣੀ 'ਚ, ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਆਪਾਂ ਪੜ੍ਹਦੇ ਹਾਂ ਨਾ, ਉੱਥੇ ਕੰਮ ਨਹੀਂ ਹੋ ਰਿਹਾ। ਸੋ ਉਹ ਕਹਿੰਦੇ ਨੇ ਕਿ ਦੌਲਤਾਂ ਦਾਈ ਜੀ ਕਹਿੰਦੇ ਮੈਂ ਬੜੇ ਬਰਥ ਦੇਖੇ, I have helped in many deliveries, in the births of many babies, but I've never experienced this, what I experienced this time. ਮੈਂ ਇਹ ਚੀਜ਼ ਕਦੀ ਐਕਸਪੀਰੀਅੰਸ ਨਹੀਂ ਪਹਿਲਾਂ ਕੀਤੀ। ਇਹ ਵੀ ਲਿਖਿਆ, ਕਹਿੰਦੇ ਸਿਰਫ ਇਹ ਬੱਚੇ ਦੀ ਸਮਾਈਲ ਦੇ ਨਾਲ ਹੀ ਮੇਰੇ ਅੰਦਰ ਸ਼ਬਦ ਚੱਲ ਪਿਆ। ਸੋ ਆਪਾਂ, ਇਹ ਭਾਵਨਾ ਦੀ ਗੱਲ ਹੈ। ਕਿਸੇ ਨੂੰ ਵੀ ਗੱਲ ਲੱਗੇਗੀ ਕਿ ਕੀ ਗੱਲਾਂ ਕਰੀ ਜਾਂਦੇ ਨੇ, ਇਹ ਇਟਸ ਲਾਈਕ ਅੰਧ ਵਿਸ਼ਵਾਸ ਔਰ ਵਾਟ ਨਾਟ,
ਦੈਟਸ ਫਾਈਨ। ਕਿਸੇ ਨੂੰ ਉਹ ਲੱਗਦਾ ਤਾਂ ਉਹ ਠੀਕ ਹੈ, ਕਿਉਂਕਿ ਹਰ ਇੱਕ ਬੰਦਾ ਆਪਣੀ ਹਿਸਾਬ ਨਾਲ ਹੀ ਗੱਲ ਕਰ ਸਕਦਾ ਨਾ। ਪਰ ਇੱਥੇ ਇਹ ਜਿਹੜੀ ਭਾਵਨਾ, ਹੁਣ ਦੌਲਤਾਂ ਦਾ ਹੀ ਕਿਹੜੀ PhD ਕਰਕੇ ਆਈ ਸੀ, ਠੀਕ ਹੈ, ਕਿਹੜਾ ਗਿਆਨ ਸੀ ਉਹਨੂੰ, ਸੋਚ ਕੇ ਦੇਖੋ। ਉੱਥੇ ਉਹ ਸਪਰਸ਼, ਉਹ ਜਿਹੜੀ ਬਲੈਸਿੰਗ, ਪਰ ਸ਼ੀ ਓਪਨਡ ਹਰਸੈਲਫ ਅਪ, ਠੀਕ ਹੈ। ਤਾਂ ਉਹਦਾ ਰੋਣਾ ਸਾਰੀ ਉਮਰ ਲਈ ਮੁਕਾ ਦਿੱਤਾ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ। ਐਂਡ ਪੱਕੀ ਜਿਹੜੀ ਕਹਿੰਦੇ ਆ ਖੁਸ਼ੀ ਉਹਨੂੰ ਮਿਲ ਗਈ। ਆਪਾਂ ਕੁਛ ਕੁ ਪੁਆਇੰਟ ਸਿਰਫ ਹੋਰ ਡਿਸਕਸ ਕਰਕੇ ਗੁਰੂ ਮਹਾਰਾਜ ਦੇ, ਫਿਰ ਆਪਾਂ ਵੀ ਲੀਵ ਸਮ ਟਾਈਮ ਫॉर ਕੁਐਸਚਨਸ ਇਫ ਵੀ ਹੈਵ ਐਨੀ। ਤਾਂ ਕਹਿੰਦੇ ਆਪਾਂ ਪੜ੍ਹਦੇ ਆ ਨਾ ਕਿ ਗੁਰੂ ਮਹਾਰਾਜ ਕੋਈ ਧਰਮ ਸ਼ੁਰੂ ਕਰਨ ਆਏ ਸੀ, ਕੋਈ ਰਿਲੀਜਨ ਸ਼ੁਰੂ ਕਰਨ ਆਏ ਸੀ। ਰਿਲੀਜਨ ਤਾਂ ਪਹਿਲਾਂ ਵੀ ਬਹੁਤ ਚੱਲਦੇ ਸੀਗੇ, ਪਰ ਗੁਰੂ ਮਹਾਰਾਜ ਰਿਲੀਜਨ ਨਹੀਂ, ਰਾਜ ਸ਼ੁਰੂ ਕਰਨ ਆਏ ਸੀਗੇ। ਰਾਜ, ਨਾਨਕ ਰਾਜ ਚਲਾਇਆ, ਸੱਚ ਕੋਟ ਸਤਾਣੀ ਨੀਵ ਦੇ। ਇਹ ਜਿਹੜਾ ਆਪਾਂ ਰਾਮਕਲੀ ਦੀ ਵਾਰ ਦੇ ਵਿੱਚ ਪੜ੍ਹਦੇ ਹਾਂ ਆਪਾਂ, ਕਿਹੜਾ ਰਾਜ? ਸੱਚ ਕੋਟ ਸਤਾਣੀ ਨੀਵ ਦੇ, ਜਿਹਦੀ ਫਾਊਂਡੇਸ਼ਨ ਸੱਚ ਦੇ ਉੱਤੇ ਹੈਗੀ ਹੈ, ਜਿਹਦਾ ਕਿਲਾ ਜਿਹੜਾ ਉਹਦੇ ਥੱਲੇ ਪੂਰੀ ਸਟਰੋਂਗ ਫਾਊਂਡੇਸ਼ਨ ਬਹੁਤ ਸੱਚ ਦੀ ਹੈਗੀ ਹੈ। ਅਤੇ ਸੱਚ ਦੇ ਉੱਤੇ ਹੀ ਇੱਕ ਬੜਾ ਵੱਡਾ ਕਹਿ ਲਓ ਵੀ ਆਪਣੀ ਡਿਸਕਸ਼ਨ ਹੋ ਸਕਦੀ ਹੈ। ਇਹ ਅੱਜ ਦੀ ਲਾਈਫ 'ਚ ਸਾਡੇ 'ਤੇ ਕਿੱਦਾਂ ਢੁੱਕਦਾ? ਜਿਹੜਾ ਰਾਜ ਹੈਗਾ, ਰਾਜ ਦੇ ਵਿੱਚ ਤੁਸੀਂ ਇਕੱਲਾ, ਆਪਾਂ ਜੇ ਕਹੀਏ ਕਿ ਮੈਂ ਘਰ ਬੈਠ ਕੇ ਆਪਣਾ ਗੁਰੂ ਕਰੀ ਜਾਵਾਂ, ਤਾਂ ਉਹ ਵੀ ਰਾਜ ਇਕੱਲਾ ਨਹੀਂ ਚੱਲੇਗਾ। ਗੁਰੂ ਮਹਾਰਾਜ ਨੇ ਸਾਨੂੰ ਐਕਟਿਵ ਪਾਰਟੀਸਿਪੇਸ਼ਨ ਇਨ ਲਾਈਫ, ਸਾਡੀਆਂ ਰਿਸਪੋਂਸਿਬਿਲਿਟੀਜ਼ ਕੀ ਹੈਗੀਆਂ ਨੇ ਟੂਵਰਡਸ ਆਵਰ ਸੈਲਵਸ, ਟੂਵਰਡਸ ਆਵਰ ਫੈਮਿਲੀ, ਟੂਵਰਡਸ ਦ ਸੋਸਾਇਟੀ, ਵਾਟਸ ਦ ਗਵਰਨੈਂਸ ਅਰਾਊਂਡ ਅਸ, ਕਿ ਸਾਡੀ ਪਾਰਟੀਸਿਪੇਸ਼ਨ ਕੀ ਹੈਗੀ ਹੈ। ਔਰ ਸੱਚ ਦੇ ਬੇਸ 'ਤੇ ਕੋਈ ਪੋਲੀਟੀਕਲ ਬੰਦਾ ਹੋ ਸਕਦਾ ਕਿ ਉਹ ਸੱਚ 'ਤੇ ਕੰਮ ਕਰ ਰਿਹਾ, ਔਰ ਇਸ ਕਰਕੇ ਸਾਨੂੰ ਨਾਨਕ ਰਾਜ ਚਲਾਇਆ ਸੀਗਾ, ਜਿਹੜਾ ਕਿ ਅਸੀਂ ਸਾਰੇ ਜਿੱਥੇ ਜਿੱਥੇ ਸਾਡਾ ਰੋਲ ਹੈਗਾ, ਉੱਥੇ ਅਸੀਂ ਸੱਚ ਦੀ ਫਾਊਂਡੇਸ਼ਨ ਰੱਖ ਕੇ ਉਹ ਰਾਜ ਨੂੰ ਕਾਇਮ ਕਰ ਸਕੀਏ। ਅਸੀਂ ਸਾਰੇ ਪ੍ਰਾਈਮ ਮਿਨਿਸਟਰ ਨਹੀਂ ਬਣ ਸਕਦੇ, ਪਰ ਜਿੱਥੇ ਜਿੱਥੇ ਅਸੀਂ ਹੈਗੇ ਹਾਂ, ਜੇ ਅਸੀਂ ਉੱਥੇ ਸੱਚ ਦਾ ਪਹਿਰਾ ਦਈਏ, ਤਾਂ ਫਿਰ ਅਸੀਂ ਗੁਰੂ ਨਾਨਕ ਦੇ ਚਲਾਏ ਰਾਜ 'ਤੇ ਕੰਮ ਕਰ ਰਹੇ ਹਾਂ। ਔਰ ਇੱਕ ਯੂਨੀਕ ਪਾਥ ਸ਼ੁਰੂ ਕੀਤਾ। ਆਪਾਂ ਪੰਥ ਦੀ ਗੱਲ ਕਰਦੇ ਹਾਂ ਨਾ, ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਇੱਕ ਯੂਨੀਕ ਪਾਥ, ਯੂਨੀਕ ਪੰਥ ਜਿਹੜਾ ਸ਼ੁਰੂ ਕੀਤਾ ਹੈਗਾ। ਔਰ ਇਹਦੇ 'ਚ ਆਪਾਂ ਵੈਰੀ ਬਰੀਫਲੀ, ਇਹ ਯੂਨੀਕ ਕਿਉਂ ਸੀਗਾ? ਰਾਈਟ ਐਟ ਦ ਯੰਗ ਏਜ, ਗੁਰੂ ਨਾਨਕ ਸਾਹਿਬ ਸੈਡ, oh, I don't want this Janeau, I don't want this thread around me. Why? First question he asked, why my sister is not given this? ਠੀਕ ਹੈ, ਮੇਰੀ ਭੈਣ ਨੂੰ ਕਿਉਂ ਨਹੀਂ ਮਿਲਿਆ? ਮੇਰੇ ਤੋਂ ਵੱਡੇ ਨੇ ਉਹ, ਕਿਉਂ? ਕਿਉਂਕਿ ਉਹ ਫੀਮੇਲ ਹੈਗੀ ਹੈ, ਉਹਨੂੰ ਮਿਲ ਨਹੀਂ ਸਕਦਾ। ਠੀਕ ਹੈ, ਮੇਰੇ ਫਰੈਂਡ ਨੂੰ ਕਿਉਂ ਨਹੀਂ ਮਿਲ ਸਕਦਾ? ਕਿਉਂਕਿ ਉਹ ਲੋ ਕਾਸਟ ਹੈਗਾ, ਉਹਨੂੰ ਨਹੀਂ ਮਿਲ ਸਕਦਾ। ਠੀਕ ਹੈ, ਤਾਂ ਉਹ ਗੁਰੂ ਸਾਹਿਬ ਕਹਿੰਦੇ ਫਿਰ ਜਿਹੜੀ ਚੀਜ਼ 'ਤੇ ਕੰਡੀਸ਼ਨਸ ਨੇ, ਉਹ ਫਿਰ ਮੇਰੇ ਲਈ ਵੀ ਨਹੀਂ ਹੈਗੀ, ਮੈਨੂੰ ਵੀ ਨਹੀਂ ਲੋੜ ਹੈਗੀ ਉਹਦੀ। ਠੀਕ ਹੈ, ਇਹਨੂੰ ਕਹਿੰਦੇ ਐਕਟਿਵ ਪਾਰਟੀਸਿਪੇਸ਼ਨ, ਰੈਵੋਲਿਊਸ਼ਨ ਲਿਆਉਣਾ। ਜਾ ਕੇ 20 ਰੁਪਏ ਲੰਗਰ 'ਤੇ ਖਰਚ ਦਿੱਤੇ। ਠੀਕ ਹੈ, ਜਿਹੜੇ ਕਿ ਪਹਿਲੀ ਮਨੀ ਸੀ ਗਿਵਨ ਟੂ ਦੈਮ ਫॉर ਦ ਲੌਂਗ ਟਰਮ ਇਨਵੈਸਟਮੈਂਟ। ਇੱਕ ਜਦੋਂ ਆਪਣਾ ਕੋਈ ਫਾਦਰ ਆਪਣੇ ਸਨ ਨੂੰ ਦਿੰਦਾ ਕਿ ਆਹ ਲੈ ਪੈਸੇ ਜਾ ਕੇ ਇਨਵੈਸਟ ਕਰਕੇ ਲਿਆ, ਤਾਂ ਬੜੇ ਚਾਈ ਅੱਜ ਦੀ ਡੇਟ 'ਚ ਆਪਾਂ ਦੇਖੀਏ, ਹਰ ਇੱਕ ਚੀਜ਼ ਆਪਣੇ ਆਪ 'ਤੇ ਅਪਲਾਈ ਕਰੀਏ ਆਪਾਂ, ਐਂਡ ਦੈਨ ਹਾਊ ਵੀ ਫੀਲ ਐਂਡ ਵੇਅਰ ਡੂ ਵੀ ਸਪੈਂਡ ਦੈਟ ਮਨੀ। ਤਾਂ ਗੁਰੂ ਨਾਨਕ ਸਾਹਿਬ ਨੇ ਕੀ ਕੀਤਾ? ਉਹ ਕਿੱਥੇ ਇਨਵੈਸਟ ਕੀਤੇ? ਲੰਗਰ ਦੇ ਵਿੱਚ। ਐਂਡ ਹੀ ਪੇਡ ਅ ਬਿਗ ਪ੍ਰਾਈਜ਼ ਫॉर ਦੈਟ ਲੰਗਰ, ਹੈਵਨਟ ਹੀ? ਠੀਕ ਹੈ, ਆਪਣੇ ਮੂੰਹ 'ਤੇ ਆਪ ਚਪੇੜਾਂ ਖਾਧੀਆਂ, ਪਰ ਉਹ ਪ੍ਰਾਈਜ਼ ਜਿਹੜਾ ਦਿੱਤਾ ਸੀ, ਅੱਜ ਵੀ ਉਹ ਇਨਵੈਸਟਮੈਂਟ 'ਚੋਂ ਅਸੀਂ ਅੱਜ ਵੀ ਪ੍ਰਸ਼ਾਦਾ ਛਕ ਰਹੇ ਹਾਂ। ਤੁਸੀਂ ਦੁਨੀਆ 'ਚ ਦੇਖੋ ਅੱਜ ਕਿਸਾਨਾਂ ਨਾਲ ਕੀ ਹੋ ਰਿਹਾ। ਠੀਕ ਹੈ, ਇੰਡੀਆ 'ਚ ਕੀ ਹੋ ਰਿਹਾ ਸਾਨੂੰ ਸਾਰਿਆਂ ਨੂੰ ਪਤਾ ਹੈ, ਵਾਟਸ ਹੈਪਨਿੰਗ ਐਟ ਦ ਮੋਮੈਂਟ। ਅਤੇ ਉਹ ਕਿਸਾਨ ਆਪ ਹੀ ਨਹੀਂ ਪ੍ਰਸ਼ਾਦਾ ਛਕ ਰਹੇ, ਜਿੱਥੇ ਜਾ ਰਹੇ ਨੇ ਨਾਲ ਲੰਗਰ ਲਾ ਰਹੇ ਨੇ, ਔਰ ਜਿਹੜੇ ਉਹਨਾਂ ਨੂੰ ਕੁੱਟ ਰਹੇ ਨੇ ਉਹਨਾਂ ਨੂੰ ਵੀ ਲੰਗਰ ਛਕਾ ਰਹੇ ਨੇ। ਕਿਆ ਬਾਤ ਹੈ! ਕਿਤੇ ਲੱਭੇਗੀ ਇੱਦਾਂ ਦੀ ਵੈਲਿਊ? ਭਾਈ ਕਨ੍ਹਈਆ ਜੀ, ਕਿਤੋਂ ਹੋਰ ਲੱਭਣ ਦੀ ਲੋੜ ਹੈਗੀ ਸਾਨੂੰ? ਸਾਡੇ ਵਿੱਚ ਹੀ ਨੇ। ਇਸੇ ਕਰਕੇ ਕਿਹਾ ਘੱਟ ਵਾਜੇ ਨਾਦ, ਸਾਡੇ ਸਾਰਿਆਂ ਦੇ ਵਿੱਚ ਨਾਦ ਹੈ, ਪਰ ਉਹਨੂੰ ਪ੍ਰਗਟ ਕਰਨ ਲਈ ਵੀ ਵਰਕ ਔਨ ਇਟ। ਅਸੀਂ ਗੁਰੂ ਦੀ ਸ਼ਰਨ ਵਿੱਚ ਜਾਂਦੇ ਹਾਂ, ਗੁਰੂ ਨਾਲ ਗੱਲ ਕਰਦੇ ਹਾਂ, ਗੁਰੂ ਨੂੰ ਸੁਣਦੇ ਹਾਂ, ਭੇਖਦੇ ਹਾਂ। ਅਤੇ ਇਹਦੇ ਨਾਲ ਹੀ ਜੇ ਆਪਾਂ ਗੱਲ ਕਰ ਰਹੀਏ ਕਿ ਆਰ ਵੀ ਸਟੈਂਡਿੰਗ ਅਪ ਫॉर ਦ ਰਾਈਟਸ ਆਫ ਅਵਰ ਸੈਲਵਸ ਐਂਡ ਅਦਰਸ, ਜਦੋਂ ਆਪਾਂ ਦੇਖਦੇ ਹਾਂ ਨਾ ਉਹ ਲੜਾਈ ਕਿਸੇ ਹੋਰ ਦੀ ਹੈ, ਤਾਂ ਉਹ ਲੜਾਈ ਫਿਰ ਕਿਸੇ ਹੋਰ ਦੀ ਹੋਈ ਰਹਿ ਜਾਂਦੀ ਹੈ। ਜਦੋਂ ਸਾਨੂੰ ਲੱਗੇ ਕਿ ਲੁੱਕ ਦਿਸ ਇਜ਼ ਹਿਊਮਨ ਰਾਈਟਸ,
this is the fight for human beings. ਜਿਹੜੀ ਵੀ ਕੋਈ ਵੀ ਗੱਲ ਹੋਏ ਸਾਡੇ ਆਲੇ ਦੁਆਲੇ, it could be your another ਕਹਿ ਲਓ ਤੁਹਾਡੇ ਵਰਕਮੇਟ ਕੋਈ ਹੋ ਸਕਦਾ ਹੈ, ਕੋਈ ਬੰਦਾ ਹੈ ਜਿਹੜਾ is going through bullying or harassment, or it could be ਹੁਣ we had a recent case in UK है ना, one of the boy got harassed. Is it his case? Is it his problem? Is it his family's problem? No. If we look at it that way, then yes, it's nothing. But as soon as we start looking कि no, this fight is mutual, ਉਹਦੇ ਨਾਲ ਹੋਇਆ ਕੱਲ ਨੂੰ ਕਿਸੇ ਹੋਰ ਨਾਲ ਵੀ ਹੋ ਸਕਦਾ ਨਾ। I'm not even saying ਕਿ he is a Sikh, ਉਹ ਕੋਈ ਹਿੰਦੂ ਵੀ ਹੋ ਸਕਦਾ ਸੀ, ਉਹ ਕੋਈ ਮੁਸਲਮਾਨ ਵੀ ਹੋ ਸਕਦਾ ਸੀ, ਉਹ ਕੋਈ ਵੀ ਹੋ ਸਕਦਾ ਸੀ, ਕਿਉਂਕਿ ਗੁਰੂ ਨਾਨਕ ਸਾਹਿਬ ਨੇ ਇਹ ਕਿਹਾ ਕਿ 7.2 ਬਿਲੀਅਨ ਪੀਪਲ ਔਨ ਦਿਸ ਅਰਥ, I see divinity in everybody. ਜਿਹੜੇ ਪਹਿਲਾਂ ਕਹਿ ਲਓ ਪ੍ਰੋਫਿਟਸ ਜਾਂ ਕਹਿ ਲਓ ਵੀ ਜਿਹੜੇ ਧਰਮ ਦੇ ਲੀਡਰ ਸੀਗੇ, ਉਹ ਕਹਿੰਦੇ ਸੀ ਇਜ਼ ਮਾਈ ਵੇ ਔਰ ਨੋ ਵੇ। ਆਮ ਨਾਟ ਸੇਇੰਗ ਪ੍ਰੋਫਿਟਸ ਨੈਸੈਸਰਲੀ, ਪਰ ਕਹਿ ਲਓ ਜਿਹੜੇ ਸਾਡੇ ਵਰਗੇ ਲੀਡਰ ਬਣ ਗਏ ਖੜੇ ਹੋ ਕੇ ਕਿ ਜਾਂ ਸਾਡਾ ਤਰੀਕਾ ਜਾਂ ਕੋਈ ਤਰੀਕਾ ਨਹੀਂ, ਜਾਂ ਸਾਡੇ 'ਚ ਆ ਜਾਓ ਨਹੀਂ ਤਾਂ ਤੁਹਾਡੀ ਕੋਈ ਹੋਪ ਨਹੀਂ। ਗੁਰੂ ਨਾਨਕ ਸਾਹਿਬ ਨੇ ਕੀ ਕਿਹਾ? ਕਹਿੰਦੇ ਦੇਰ ਇਜ਼ ਆਲਵੇਜ਼ ਰੂਮ ਫॉर ਮੋਰ, ਇਜ਼ ਆਲਵੇਜ਼ ਰੂਮ ਫॉर ਮੋਰ। ਜਿਹੜਾ ਇੱਕ ਓਂਕਾਰ ਹੈ ਉਹ ਕਾਪੀਰਾਈਟ ਨਹੀਂ ਹੈਗਾ, ਮੇਰਾ ਕਾਪੀਰਾਈਟ ਨਹੀਂ ਹੈਗਾ। ਇੱਕ ਓਂਕਾਰ ਦਾ ਮਤਲਬ ਇਹ ਹੈ ਕਿ ਅਸੀਂ ਸਾਰੇ ਇੱਕ, ਸਾਰਿਆਂ ਦੇ ਵਿੱਚ ਇੱਕੋ ਸਮਾਇਆ ਹੋਇਆ ਕੌਨਸੈਪਟ ਹੀ ਇਹ ਦੇ ਦਿੱਤਾ। ਹਾਊ ਬਿਊਟੀਫੁਲ ਇਜ਼ ਦੈਟ। ਪਰ ਅਸੀਂ ਕੀ ਉਹਦੇ 'ਤੇ ਪਹਿਰਾ ਦੇ ਰਹੇ ਹਾਂ? ਦੈਟਸ ਦ ਨੈਕਸਟ ਕੁਐਸਚਨ ਫॉर ਅਸ। ਆਰ ਵੀ ਡੂਇੰਗ ਦ ਪਾਰਟੀਸਿਪੇਸ਼ਨ ਐਕਟਿਵਲੀ ਵੇਅਰ ਐਵਰ ਵੀ ਆਰ। ਜਿੱਦਾਂ ਮੈਂ ਤੁਹਾਨੂੰ ਕਿਹਾ, ਆਪਣੇ ਆਪ ਨੂੰ ਗਿਲਟ 'ਚ ਨਹੀਂ ਲੈ ਕੇ ਜਾਣਾ। ਜਿੱਥੇ ਤੁਹਾਡੀ ਜੋ ਤੁਹਾਡੀ ਸਟੇਟ ਆਫ ਲਿਵਿੰਗ ਹੈਗੀ, ਸਰਕਮਸਟੈਂਸਿਸ ਹੈਗੇ, ਪ੍ਰੈਜ਼ੈਂਟ ਹੈਗੇ, ਉਹਦੇ 'ਚ ਤੁਸੀਂ ਕਿੰਨੇ ਐਕਟਿਵ ਹੋ। ਔਰ ਆਰਟੀਫਿਸ਼ੀਅਲ ਐਕਟਿਵ ਨਹੀਂ, ਨੈਚੁਰਲੀ ਐਕਟਿਵ ਹੋ। ਵਾਟ ਯੂ ਫੀਲ, ਠੀਕ ਹੈ। ਕਦੀ ਕਦੀ ਆਪਣੇ ਆਪ ਨੂੰ ਕੰਫਰਟ ਜ਼ੋਨ ਤੋਂ ਵੀ ਬਾਹਰ ਆਉਣਾ ਪੈਂਦਾ, ਸੋ ਵੀ ਵਰਕ ਔਨ ਦੈਟ ਇਜ਼ ਵੈਲ। ਹਾਂ, ਤਾਂ ਮੈਂ ਇੱਥੇ ਲਿਖਿਆ ਸੀਗਾ ਕਿ ਹੀ ਵਾਜ਼ਨਟ ਇੰਟਰਸਟਿਡ ਇਨ ਲੇਬਲਸ, ਓਪਨਲੀ ਸੈਡ ਕੋਈ ਹਿੰਦੂ ਨਹੀਂ, ਕੋਈ ਮੁਸਲਮਾਨ, ਨਾ ਮੁਸਲਮਾਨ ਨਾ ਹਿੰਦੂ, ਠੀਕ ਹੈ। ਅਤੇ ਜੇ ਅਸੀਂ ਅੱਜ ਵੀ ਆਪਣੇ ਆਪ 'ਤੇ ਲੇਬਲ ਲਾ ਕੇ ਕਹਿ ਦਈਏ ਕਿ ਆਈ ਐਮ ਦਿਸ ਐਂਡ ਹੈਂਸ ਆਈ ਐਮ ਗੁੱਡ ਐਂਡ ਦਿਸ ਐਂਡ ਦੈਟ, ਈਵਨ ਸੋ ਇਫ ਆਈ ਪੁੱਟ ਇਟ ਲਿਟਲ ਬਿਟ ਡਾਊਨ ਕਿ I'm Amritdhari, so I'm superior than others, then are we actually Guru Nanak ਨੂੰ ਸੁਣਦੇ ਪਏ ਹਾਂ ਜਾਂ ਵੇਖਦੇ ਪਏ ਹਾਂ, who wasn't even interested in the labels? ਇੱਕ ਓਂਕਾਰ ਦੀ ਗੱਲ ਕੀਤੀ। And hence I think I'll finish it off ਕਿ there is no tolerance, zero tolerance for sexism, racism, whatever else। ਤੇ ਆਪਾਂ ਕਹਿੰਦੇ ਨਾ ਗੁਰੂ ਗੋਬਿੰਦ ਸਿੰਘ ਜੀ ਨੇ ਆ ਕੇ ਤਲਵਾਰ ਚੱਕੀ, ਇੱਦਾਂ ਦੀ ਕੋਈ ਗੱਲ ਨਹੀਂ ਹੈਗੀ। ਇਹ ਤਲਵਾਰ ਦੀ ਤਿਆਰੀ ਹੋ ਰਹੀ ਸੀ। ਗੁਰੂ ਨਾਨਕ ਸਾਹਿਬ ਨੇ ਤਿਆਰੀ ਜਿਹੜੀ ਕੀਤੀ, ਇਹ ਰੈਵੋਲੂਸ਼ਨ ਸੋਚੋ ਇਨ 15th century, 1469 ਇਹ ਗੱਲਾਂ ਕਰਨੀਆਂ ਉਸ ਵੇਲੇ, ਬੀਬੀ ਨੂੰ ਉਹਦਾ ਹੱਕ ਦੇਣਾ, ਲੰਗਰ ਦੀ ਪ੍ਰਥਾ ਚਲਾਉਣੀ ਜਿੱਥੇ ਕਿ ਹਰ ਇੱਕ ਕਾਸਟ ਦਾ ਬੰਦਾ ਇੱਕੋ ਪਲੈਟਫਾਰਮ 'ਤੇ ਬੈਠ ਕੇ ਪ੍ਰਸ਼ਾਦਾ ਛਕ ਸਕਦਾ। ਦੈਟ ਵਾਜ਼ ਲਾਈਕ ਵਾਟ, ਇੱਦਾਂ ਹੋ ਹੀ ਨਹੀਂ ਸਕਦਾ ਫॉर ਦ ਪੀਪਲ। ਸੋ ਇਹ ਇੱਕ ਵਾਰੀ ਇਹਨੂੰ ਸਿਰਫ ਸੋਚ ਕੇ ਦੇਖੀਏ, ਫੀਲ ਕਰਕੇ ਦੇਖੀਏ, ਤਾਂ ਫਿਰ ਆਪਾਂ ਫੀਲ ਕਰਾਂਗੇ ਕਿ ਹਾਂ ਗੁਰੂ ਨਾਨਕ ਸਾਡੀ ਲਾਈਫ 'ਚ ਹੈ ਅੱਜ। ਇਫ ਦੇ ਵਾਜ਼ਨਟ ਗੁਰੂ ਨਾਨਕ, ਯੂ ਨੋ ਵਾਟ, ਵੀ ਵੁਡਨਟ ਬੀ ਸਿਟਿੰਗ ਹੇਅਰ ਡੂਇੰਗ ਦਿਸ ਟਾਕ। ਸਪੈਸ਼ਲੀ ਬੀਬੀਆਂ ਤਾਂ ਨੋ ਚਾਂਸ, ਨੋ ਵੇ, ਹੂ ਆਰ ਯੂ, ਠੀਕ ਹੈ। ਤੁਸੀਂ ਆਪਣਾ ਕੰਮ ਕਾਰ ਕਰੋ ਐਂਡ ਜੌਬ ਡਨ। ਸਾਡੇ ਸਿਰ 'ਤੇ ਗੁਰੂ ਨਾਨਕ ਦਾ ਹੱਥ ਹੈ, ਪਹਿਲਾਂ ਅਸੀਂ ਉਹਨੂੰ ਮਹਿਸੂਸ ਕਰਨਾ ਸ਼ੁਰੂ ਕਰੀਏ। ਹੁਣ ਸੋ ਦਿਸ ਇਜ਼ ਆਮ ਰੈਪਿੰਗ ਅਪ ਨਾਓ। ਮੇਰਾ ਖਿਆਲ ਆਪਣਾ ਟਾਈਮ ਹਾਂ ਹੋ ਗਿਆ, ਆਪਣੇ ਕੋਲ 15 ਕੁ ਮਿੰਟ ਹੈਗੇ ਨੇ। ਵਿਲ ਗੋ ਇਨ ਟੂ ਐਨੀ ਕੁਐਸਚਨਸ ਇਫ ਦੇਰ ਆਰ ਐਨੀ, ਜਾਂ ਕਿਸੇ ਨੇ ਆਪਣੀ ਕੋਈ ਫੀਲਿੰਗ ਵੀ ਸ਼ੇਅਰ ਕਰਨੀ ਹੈ ਕਰ ਸਕਦੇ ਹਾਂ। ਬਟ ਬਿਫੋਰ ਵੀ ਗੋ ਇਨ ਟੂ ਇਟ, ਆਈਲ ਜਸਟ ਕੁਇਕਲੀ ਸੇ ਕਿ ਜਿਹੜਾ ਤੁਸੀਂ ਪਿਛਲਾ ਸੈਲਫ ਕੇਅਰ ਦਾ ਹੋਮਵਰਕ ਸੀ, ਯੂ ਵਿਲ ਕੰਟੀਨਿਊ ਦੈਟ। ਪਰ ਇਹਦੇ ਵਿੱਚ ਇਹ ਵੀ ਕੰਮ ਕਰਨਾ ਕਿ ਫॉर ਦਿਸ ਵੀਕ, ਜਿੰਨਾ ਵੀ ਤੁਹਾਡੇ ਕੋਲ 15 ਦਿਨ ਹੈਗੇ ਆ ਬਿਫੋਰ ਵੀ ਮੀਟ ਅਪ ਅਗੇਨ, ਯੂ ਆਰ ਗੋਇੰਗ ਟੂ ਫੀਲ ਗੁਰੂ ਨਾਨਕ ਇਨ ਐਵਰੀਥਿੰਗ ਦੈਟ ਯੂ ਡੂ, ਓਕੇ। ਕਿ ਜਿੱਦਾਂ ਗੁਰੂ ਨਾਨਕ ਪ੍ਰਗਟ ਹੋ ਗਏ ਸਾਡੀ ਲਾਈਫ ਦੇ ਵਿੱਚ, ਦੈਨ ਇਟ ਵਿਲ ਬੀ ਵਾਓ ਗੁਰਪੁਰਬ, ਬਿਕਾਜ਼ ਮੈਨੀ ਗੁਰਪੁਰਬਸ ਕਮ ਐਂਡ ਗੋ। ਬਟ ਡੂ ਵੀ ਫੀਲ ਐਕਚੁਅਲੀ ਗੁਰੂ ਨਾਨਕ ਪ੍ਰਗਟ ਹੋ ਗਏ ਸਾਡੀ ਲਾਈਫ ਦੇ ਵਿੱਚ? ਡੂ ਵੀ ਫੀਲ ਸਤ ਗੁਰੂ ਨਾਨਕ ਪ੍ਰਗਟ, ਜਾਂ ਡੂ ਵੀ ਫੀਲ ਮੇਰੀ ਧੁੰਦ ਖਤਮ ਹੋ ਗਈ ਹੈ? ਓਕੇ, ਮਾਈਟ ਨਾਟ ਖਤਮ ਸਟ੍ਰੇਟ ਅਵੇ, ਡਜ਼ਨਟ ਮੈਟਰ, ਕੋਈ ਗੱਲ ਨਹੀਂ, ਮਾੜੀ ਜਿਹੀ ਮੋਰੀ ਹੋ ਜਾਵੇ ਧੁੰਦ ਦੇ ਵਿੱਚ, ਈਵਨ ਇਫ ਦੈਟ ਹੈਪਨਸ, ਇਟਸ ਬਿਊਟੀਫੁਲ, ਇਟਸ ਗ੍ਰੇਟ, ਠੀਕ ਹੈ। ਸੋ ਇਹ ਆਪਣਾ ਹੋਮਵਰਕ ਹੈਗਾ ਇਸ ਵੀਕ ਦਾ ਕਿ we are going to welcome Guru Nanak in our life. We are going to feel that whatever we do is around us. ਆਪਾਂ ਗੁਰੂ ਨਾਨਕ ਸਾਹਿਬ ਨੂੰ ਯਾਦ ਕਰੀਏ ਤੇ then we'll go into Q&A. So just 2 ਸੈਕਿੰਡ ਲਈ ਆਪਣੀ ਅੱਖਾਂ ਬੰਦ ਕਰ ਲਓ and just feel that is coming, is there. ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ,
ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਮਹਿਸੂਸ ਕਰੋ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਹੱਥ ਸਾਡੇ ਸਿਰ 'ਤੇ ਹੈ, ਸਾਡੇ ਸਾਰਿਆਂ ਦੇ ਸਿਰ 'ਤੇ ਹੈ। ਉਹ ਕਿਤੇ ਗਏ ਨਹੀਂ, ਇੱਥੇ ਹੀ ਨੇ। ਜਸਟ ਮਹਿਸੂਸ ਕਰੋ, ਫਿਜ਼ੀਕਲੀ ਮਹਿਸੂਸ ਕਰੋ ਉਸ ਚੀਜ਼ ਨੂੰ, ਐਂਡ ਫੀਲ ਦ ਪਾਵਰ ਵਿਦਨ ਯੂ, ਫੀਲ ਦ ਪਾਵਰ ਵਿਦਨ ਯੂ। ਆਪਾਂ ਸੁਣਿਆ, ਵੇਖਿਆ, ਸਾਨੂੰ ਸਪਰਸ਼ ਵੀ ਮਿਲੇ। ਧੰਨ ਗੁਰੂ ਨਾਨਕ, 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 ਧੰਨ ਗੁਰੂ ਨਾਨਕ। ਬਸ ਇਹ ਫੀਲਿੰਗ ਦੇ ਨਾਲ ਹੀ ਆਪਾਂ ਰਹਿਣਾ ਹੈ। ਕੋਈ ਸੁੱਖ ਵੀ ਆਏਗਾ, ਕੋਈ ਦੁੱਖ ਵੀ ਆਏਗਾ, ਕੋਈ ਉੱਚੀ ਨੀਵੀਂ ਗੱਲ ਵੀ ਹੋਏਗੀ, ਪਰ ਜਦੋਂ ਅਸੀਂ ਮਹਿਸੂਸ ਕਰਾਂਗੇ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਹੱਥ, ਮਿਹਰ ਭਰਿਆ ਹੱਥ ਮੇਰੇ ਸਿਰ 'ਤੇ ਹੈ, ਫਿਰ ਅਸੀਂ ਵੀ ਰੱਜ ਜਾਵਾਂਗੇ। ਮੈਂ ਵੀ ਰੱਜੀ, ਮੈਨੂੰ ਭੁੱਖ ਨਹੀਂ ਹੁਣ ਕਿਸੇ ਚੀਜ਼ ਦੀ। ਆਪਣੇ ਆਪ ਨੂੰ ਬੋਲ ਕੇ ਕਹਿਓ, ਮੈਂ ਵੀ ਰੱਜੀ। You will feel a complete different space. ਮੈਂ ਵੀ ਰੱਜੀ। ਗੁਰੂ ਨਾਨਕ ਨੇ ਮੈਨੂੰ ਰਜਾ ਦਿੱਤਾ, ਮੈਂ ਵੀ ਰੱਜੀ। Okay, I'll just quickly go into some questions ਜੇ ਕੋਈ ਹੈਗੇ ਨੇ ਤਾਂ, ਤੇ ਜੇ ਹੋਰ ਵੀ ਕੁਛ ਕਿਸੇ ਨੇ ਬੋਲਣਾ ਹੈ ਜਾਂ ਬੋਲ ਕੇ ਦੱਸਣਾ ਹੈ ਤਾਂ ਗੁਰਪੁਰਬ ਨੇ ਆਪਣੀਆਂ ਫੀਲਿੰਗਸ ਸ਼ੇਅਰ ਕਰੋ। ਵੀ ਗॉट few minutes। ਮੈਂ ਕੁਐਸਚਨ ਉਹਨਾਂ ਚਿਕਰ ਪੜ੍ਹ ਲੈਂਦੀ ਹਾਂ। ਹਾਂਜੀ, ਓਕੇ, ਤਾਂ ਇੱਕ ਸਵਾਲ ਹੈਗਾ ਉਹਨਾਂ ਦਾ, ਕਹਿੰਦੇ ਵੀ ਲਾਈਫ ਇਜ਼ ਬਟ ਵਨਨੈਸ ਐਂਡ ਐਕਟਿਵ ਪਾਰਟਿਸਿਪੇਸ਼ਨ, ਪਰ ਜਦੋਂ ਲੋਕੀ ਕਹਿੰਦੇ ਆ ਕਿ ਯੂ ਕਾਂਟ ਗੈਟ ਮੁਕਤੀ ਵਿਦਆਊਟ ਇਨੀਸ਼ੀਏਸ਼ਨ, ਵਿਦਆਊਟ ਸ਼ਬਦ ਫਰਮ ਪੰਜ ਪਿਆਰੇ, ਦੈਟ ਸੀਮਸ ਡਿਸਕ੍ਰਿਮੀਨੇਟਰੀ। ਵੈਰੀ ਗੁੱਡ ਕੁਐਸਚਨ ਐਂਡ ਵੈਰੀ ਹਾਰਡ ਕੁਐਸਚਨ ਭੈਣ ਜੀ। ਇਹ ਹਾਂ, ਇਹ ਹੈ ਇਹ ਚੀਜ਼, ਇਹ ਡਿਸਕ੍ਰਿਮੀਨੇਸ਼ਨ ਨਹੀਂ ਅਸੀਂ ਇਹਨੂੰ ਕਵਾਂਗੇ, ਇਟ ਸੀਮਸ ਡਿਸਕ੍ਰਿਮੀਨੇਟਰੀ, ਪਰ ਦਿਸ ਇਜ਼ ਇੱਕ ਮਰਿਆਦਾ ਹੁੰਦੀ ਹੈ। ਹਰ ਇੱਕ ਧਰਮ ਦੀ, ਹਰ ਇੱਕ ਪਾਥ ਦੀ ਮਰਿਆਦਾ ਹੈ। ਸੋ ਇਫ ਯੂ ਆਰ ਟਰੈਵਲਿੰਗ ਫਰਮ ਪੰਜਾਬ ਟੂ ਦਿੱਲੀ or you're going from Birmingham to London, there's only certain routes you can follow. ਆਪਾਂ ਆਪਣਾ route ਨਹੀਂ create ਕਰ ਸਕਦੇ, and that route has been created for us so that we can have an easy journey. ਕਿੱਥੇ ਰੁਕਣਾ ਹੈ, ਕਿੱਥੇ ਰਾਉਂਡ ਅਬਾਊਟ ਹੈ, ਕਿੱਥੇ ਲਾਈਟਸ ਨੇ, ਕਿੱਥੇ ਕੋਈ ਡਾਇਵਰਜਨ ਆ ਗਿਆ, it will take us longer and stuff. Yeah, so ਇਹ ਜਿਹੜੀ ਮਰਿਆਦਾ ਦਿੱਤੀ ਹੈ ਸਾਨੂੰ, ਇਹ ਜਿਹੜੀ ਇਨੀਸ਼ੀਏਸ਼ਨ ਜਿਹੜਾ ਆਪਾਂ ਕਹਿੰਦੇ ਆ ਵਿਦਆਊਟ ਸ਼ਬਦ ਫਰਮ ਪੰਜ ਪਿਆਰੇ। ਸੋ ਮਾਈ ਕੁਐਸਚਨ ਇਜ਼ ਵਾਈ ਨਾਟ, what stops us? ਜੇ ਸਾਨੂੰ ਕੋਈ ਕਵੇ ਓਕੇ ਲੈਟ ਮੀ ਪੁੱਟ ਇਟ ਦਿਸ ਵੇ, ਮੈਂ ਇਹਦਾ ਆਨਸਰ ਸੋਚਿਆ ਨਹੀਂ, ਸੋ ਆਮ ਟਰਾਈਂਗ ਟੂ ਮੇਕ ਐਨ ਈਜ਼ੀ ਆਨਸਰ। ਮੰਨ ਲਓ ਮੈਂ ਅੱਜ ਜਰਨੀ ਕਰਨੀ ਹੈ ਕਿਤੋਂ ਨਾ, ਮੰਨ ਲਓ ਮੈਂ ਇੱਥੋਂ ਬਰਮਿੰਗਮ ਤੋਂ ਅੱਜ ਮੈਂ ਚਲੋ ਲੰਡਨ ਹੀ ਲੈ ਲੈਂਦੇ, ਲੰਡਨ ਜਾਣਾ ਹੈਗਾ, ਮੈਨੂੰ ਰਸਤਾ ਨਹੀਂ ਪਤਾ। ਹੋ ਸਕਦਾ ਮੇਰੇ ਕੋ ਮੈਂ ਟਾਇਰਡ ਬਹੁਤ ਹੈਗੀ ਹਾਂ, ਮੇਰੇ ਕੋ ਗੱਡੀ ਚਲਾਉਣ ਦੀ ਹਿੰਮਤ ਵੀ ਨਹੀਂ ਹੈਗੀ, ਆਮ ਬਿਟ ਸਲੀਪੀ, ਆਮ ਬਿਟ ਟਾਇਰਡ, ਐਂਡ ਆਲਸੋ ਆਈ ਡੋਂਟ ਫੀਲ ਲਾਈਕ ਡੂਇੰਗ ਇਟ। ਮੈਨੂੰ ਇੱਦਾਂ ਲੱਗਦਾ ਜਰਨੀ ਬਹੁਤ ਲੰਬੀ ਹੋਣੀ ਹੈ, ਬਹੁਤ ਔਖਾ ਹੋਣਾ ਹੈ, ਮੇਰਾ ਕੋਈ ਸਾਥੀ ਨਹੀਂ ਹੈਗਾ, ਅਤੇ ਮੈਨੂੰ ਕੋਈ ਇੱਕਦਮ ਆ ਕੇ ਕਹਿ ਦੇਵੇ ਕਿ ਆਈ ਐਮ ਗੋਇੰਗ ਟੂ ਲੰਡਨ, ਦਿਸ ਇਜ਼ ਆਈ ਨੋ ਐਵਰੀਥਿੰਗ, ਆਈ ਹੈਵ ਡਨ ਦਿਸ ਬਿਫੋਰ, ਆਈ ਨੋ ਦ ਰੂਟ, ਵੁੱਡ ਯੂ ਲਾਈਕ ਟੂ ਜੁਆਇਨ ਮੀ? ਔਰ ਉਹ ਬੰਦਾ ਮੈਨੂੰ ਉਹਦੇ 'ਤੇ ਮੈਨੂੰ ਭਰੋਸਾ ਵੀ ਹੈਗਾ, ਇਟਸ ਨਾਟ ਏ ਸਟਰੇਂਜਰ, ਠੀਕ ਹੈ। ਤਾਂ ਮੈਨੂੰ ਬੜਾ ਹੋ ਜਾਏਗਾ ਕਿ ਹਾਂ ਮੈਨੂੰ ਜਾਣਾ ਤਾਂ ਹੈ, ਮੇਰੇ ਲਈ ਈਜ਼ੀ ਹੋ ਗਿਆ ਨਾ ਸਾਰਾ ਕੁਛ, ਕਿ ਆਲ ਜਸਟ ਜੰਪ ਇਨ ਦ ਕਾਰ, ਸਿੰਪਲ ਇਜ਼ ਦਾ। ਕਿੰਨਾ ਮੇਰਾ ਇੱਕੋ ਦਮ ਜਿਹੜਾ ਇੰਨਾ ਪਹਾੜ ਵਰਗਾ ਕੰਮ ਲੱਗਦਾ ਸੀ, ਉਹ ਕਿੰਨਾ ਸੌਖਾ ਹੋ ਗਿਆ
ਜਿਹੜੀ ਇਹ ਚੀਜ਼ ਹੈਗੀ ਹੈ, it depends how we look at it. Yeah, it can seem like that. I completely feel that. But at the same time, it's just the path that's given to us, made easy. Easy path ਕਰਕੇ ਸਾਨੂੰ ਦੇ ਦਿੱਤਾ ਕਿ ਜਸਟ ਕਹਿ ਲਓ ਜਹਾਜ਼ੇ ਚੜ ਜਾਓ, ਠੀਕ ਹੈ, ਉਹ ਬਣ ਗਈ ਐਨਾਲੋਜੀ ਹੈ ਨਾ, ਬਣੀ ਗਈ ਗੱਡੀ ਦੀ ਤੇ ਜਹਾਜ਼ੇ ਦੀ, ਕਹਿੰਦੇ ਜਹਾਜ਼ੇ ਚੜ ਜਾਓ। ਜਹਾਜ਼ੇ ਮਤਲਬ ਜਸਟ ਗੈਟ ਔਨ ਦ ਬੋਟ। ਜਿਹੜਾ ਇਹ ਨਾਨਕ ਨਾਮ ਜਹਾਜ਼ ਆਪਾਂ ਪੜ੍ਹਦੇ ਨਾ, ਚੜੇ ਸੋ ਉਤਰੇ ਪਾਰ, ਤਾਂ ਚੜ ਜਾਓ। ਹੁਣ ਤੁਹਾਨੂੰ ਉਹ ਫਿਕਰ ਨਹੀਂ ਕਰਨੀ ਪਏਗੀ ਕਿੱਧਰ ਨੈਵੀਗੇਟ ਕਰਨਾ, ਕਿੱਧਰ ਜਾਣਾ, ਕਿਉਂਕਿ ਸਾਨੂੰ ਇੱਕ ਰਸਤਾ, ਇੱਕ ਮਰਿਆਦਾ ਦੇ ਦਿੱਤੀ। ਉਹ ਮਰਿਆਦਾ ਦੇ ਵਿੱਚ ਇਟਸ ਨਥਿੰਗ ਬਟ ਜੀਵਨ ਜਾਚ। ਪਰ ਯੈਸ ਸਮਟਾਈਮਸ ਇਟ ਫੀਲਸ ਲਾਈਕ ਅ ਬਰਡਨ, ਕਿਉਂਕਿ ਮਾਫ ਕਰਨਾ ਥੋੜ੍ਹਾ ਜਿਹਾ ਸਾਡੇ ਆਪਣੇ 'ਚ ਵੀ ਕਸੂਰ ਹੈਗਾ। ਅਸੀਂ ਉਹਨੂੰ ਹਊਆ ਬਣਾ ਦਿੱਤਾ, ਅਸੀਂ ਉਸ ਰਸਤੇ ਨੂੰ ਹਊਆ ਬਣਾ ਦਿੱਤਾ, ਅਸੀਂ ਪੰਜ ਪਿਆਰਿਆਂ ਕੋਲ ਜਾ ਕੇ ਅੰਮ੍ਰਿਤ ਲੈਣ ਨੂੰ ਹਊਆ ਬਣਾ ਦਿੱਤਾ। ਉਹ ਇਹ ਬੜਾ ਔਖਾ ਹੈ, ਇੱਦਾਂ ਨਹੀਂ ਹੋਣਾ, ਇੱਦਾਂ ਨਹੀਂ ਹੋਣਾ। ਇਹ ਤੁਹਾਨੂੰ ਸਿਰਫ ਇੱਦਾਂ ਤੁਸੀਂ ਸੋਚ ਲਓ ਕਿ ਤੁਹਾਡੀ ਬਾਂਹ ਫੜ ਲਈ ਕਿਸੇ ਨੇ, ਯੂ ਆਰ ਗਿਵਨ ਸ਼ੋਨ ਦ ਵੇ, ਹੋਰ ਕੁਛ ਨਹੀਂ ਹੈਗਾ, ਤੁਸੀਂ ਗੁਰੂ ਦੇ ਲੜ ਲੱਗ ਗਏ। ਹੁਣ ਤੁਹਾਨੂੰ ਰਸਤਾ ਕਲੀਅਰ ਹੋ ਗਿਆ, ਯੂ ਜਸਟ ਵਾਕ ਔਨ ਦੈਟ ਪਾਥ, ਸਿੰਪਲ ਐਜ਼ ਦੈਟ। ਜਿੱਦਾਂ ਤੁਸੀਂ ਸਕੂਲ 'ਚ ਐਡਮਿਸ਼ਨ ਲੈਂਦੇ ਹੋ, ਉਹ ਹਾਊਵੇ ਨੂੰ ਪਹਿਲਾਂ ਆਪਾਂ ਲੈਟਸ ਜਸਟ ਇਰੈਡੀਕੇਟ ਦੈਟ, ਐਂਡ ਦੈਟ ਵਿਲ ਟੇਕ ਪ੍ਰੋਬਬਲੀ ਅਨਦਰ ਫਿਊ ਡਿਸਕਸ਼ਨ ਲੈਸਨਸ to talk about that. But a great question. But I don't know whether this answers your question or not. But yeah, let's change the way we look at it. Is it discriminatory, or is it just somebody holding my hand and saying, "Look, I'll help you," and that's the maryada that's given to us. अच्छा, मैं अगले क्वेश्चन पे